वाहेगुरु जी का खालसा वाहेगुरु जी की फतेह। सन्मान योग गुरु रूप गुरु प्यारी गुरु सवारी गुरु खालसा साध संगत जी। सतगुरु श्री गुरु ग्रंथ साहिब सच्चे पातशाह जी दी बड़ी महान अपर अपार किरपा मेहरामत बख्शिश होई गए भाई, जो कि समा होया गए गुर इतिहास दी कथा विचार नाल जुड़न दा। सो आओ गुर संगत जी अपनियां मनो बिरतियां नूं एकागर करके छेवें पातशाह श्री गुरु हरगोबिंद साहिब सच्चे पातशाह जी दे पावन पवित्र अते मुकद्दस जीवन इतिहास नाल जुड़िए। संगत जी कल दे दीवान विच आपां सरबत माई भाई सरवण कर रहे सां कि श्री गुरु हरगोबिंद साहिब सच्चे पातशाह जी दे पवित्र जीवन काल दी दूजी जंग चलदी पई है। महाराज सच्चे पातशाह जी शाम दे वक्त हरगोबिंदपुरे की धरती ते इकल्ले खलोते आ, क्योंकि बहादुर बाबा बिधि चंद साहब जी की अगवाई विच बाकी सारे सिख दूजे बन्ने जंग लड़ते पे सन। महाराज सच्चे पातशाह जी के उपर दुश्मन की तुर्क की सैना का मेन मुखी अब्दुल खां, इसने अपने नाल दो होर बंदे लए ने करम चंद ते रतन चंद। महाराज सच्चे पातशाह जी के उपर इन्हां ने हमला कर दिता। उस जगह के उपर एक बड़ा भयानक युद्ध होया। एक पासे गुरु साहिब जी ने, एक पासे ये तीन बंदे आ। महाराज सच्चे पातशाह जी ने कृपा की, अपने शरीरक बल का सदका इन्हां तिन्नां बंदियां दा संघार कर दिता है ते आप गुरु हरगोबिंद साहब सच्चे पातशाह जी संगत दी उन्हां दियां लाशां दे विचकार खड़े हो गए। इत्थों तक विचार आपां सबना ने कल दे दीवान विच सरवण कीती सी। इस तो अगे की होया, आओ अपनियां मनो बिरतियां नूं एकागर करके महाराज सच्चे पातशाह जी के पावन पवित्र जीवन इतिहास नूं सरवण करिए। आप जिन्ने माई भाई साहिबां दे पावन चरणां की हाज़री भर रहे हो, करो कृपा गुरु साहब जी के पावन पवित्र चरणां उपर सीस झुकाओ ते महाराज सच्चे पातशाह जी के चरणां ते शीश झुका के बड़े प्यार सहित उच्चारण करो। आखो जी सतनाम श्री वाहेगुरु साहिब जी। संगत जी एक बारी फिर करो कृपा ते अरदास करो, महाराज कृपा करके चढ़दी कला नाल कथा करन दी समर्था बख्शिश करन। प्यार सहित आखो जी सतनाम श्री वाहेगुरु साहिब जी। हाँ जी। विधि चंद ते परे सिख फतेह गुरु की जान। भाई सब भाई संतोख सिंह साहब जी ने संगत जी बड़ा प्यारा बचन लिखे कि जिस वेले बाबा बिधि चंद साहब जी ने वेख्या कि दुश्मन की सारी फौज साढ़े सामनेों पिछे हटती जा रही है,
ਕਿਉਂਕਿ ਇਹਨਾਂ ਦਾ ਮੇਨ ਸੈਨਾਪਤੀ ਮਰ ਗਿਆ ਤੇ ਇਹਨਾਂ ਨੂੰ ਪਤਾ ਲੱਗ ਗਿਆ ਸੀ। ਇਸ ਕਰਕੇ ਬਾਬਾ ਬਿਧੀ ਚੰਦ ਸਾਹਿਬ ਤੇ ਇਹਨਾਂ ਦੇ ਨਾਲ ਦੇ ਬਾਕੀ ਜਿੰਨੇ ਸਿੱਖ ਨੇ, ਇਹਨਾਂ ਸਭਨਾਂ ਨੇ ਆਪਣੇ ਮਨ ਹੀ ਮਨ ਵਿੱਚ ਇਹ ਗੱਲ ਜਾਣ ਲਈ ਕਿ ਗੁਰੂ ਘਰ ਦੇ ਫਤਿਹ ਹੋ ਗਈ, ਜਾਣੀ ਜਿੱਤ ਹੋ ਗਈ ਹੈ। ਇਹਨਾਂ ਸਭਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਘਰ ਦੀ ਜਿੱਤ ਨੂੰ ਸੰਗਤ ਦੀ ਆਪਣੇ ਮਨ ਹੀ ਮਨ ਵਿੱਚ ਜਾਣ ਲੈਣਾ ਕੀਤਾ ਕਿ ਜੀ ਲਿਖੇ ਕਰ ਹਿਲ ਕੋ ਮੇਲ ਦਿਓ ਘਮਸਾਨ। ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਉਸ ਵੇਲੇ ਕਾਫੀ ਜ਼ਿਆਦਾ ਸੰਗਤ ਦੀ ਹਨੇਰਾ ਹੋ ਚੁੱਕਾ ਸੀ। ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਿੱਖ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਔਰ ਸੰਗਤ ਦੀ ਜਿਹੜੇ ਬਾਕੀ ਇਹਨਾਂ ਦੇ ਨਾਲ ਦੇ ਸਿੱਖ ਨੇ, ਉਹਨਾਂ ਹਨੇਰੇ ਦਾ ਲਾਗਾ ਲੈਂਦਿਆਂ ਹੋਇਆਂ ਦੁਸ਼ਮਣ ਦੇ ਉੱਪਰ ਇੱਕ ਵਾਰੀ ਫੇਰ ਹਮਲਾ ਕਰ ਦਿੱਤਾ ਗਿਆ। ਜਿਹੜੇ ਸਿਪਾਹੀ ਇਹਨਾਂ ਦੇ ਬਚੇ ਕੁਚੇ ਸਨ, ਸਾਹਿਬ ਬਾਬਾ ਬਿਧੀ ਚੰਦ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਸੰਗਤ ਦੀ ਉਹਨਾਂ ਸਭਨਾਂ ਦੇ ਉੱਪਰ ਹਮਲਾ ਕਰ ਦਿੱਤਾ ਗਿਆ ਕਿ ਜੀ ਇੱਕ ਦਿਸਤੇ ਜਿਉ ਬਾੜਨ ਲਾਗੇ। ਹੁਣ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਿੱਖ ਜਿਹੜੇ ਸਨ ਸੰਗਤ ਦੀ, ਉਹ ਇੱਕ ਪਾਸਿਓਂ ਦੁਸ਼ਮਣ ਨੂੰ ਵੱਢਣ ਲੱਗੇ ਆ। ਜਾਣੀ ਦੁਸ਼ਮਣ ਦੇ ਸਿਪਾਹੀ ਜਿਹੜੇ ਨੇ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿੱਖ ਜਿਹੜੇ ਨੇ, ਉਹਨਾਂ ਨੂੰ ਇੱਕ ਪਾਸਿਓਂ ਵੱਢਣ ਲੱਗ ਪਏ ਗਨ ਜੀ। ਮੈਂ ਤੁਰਕ ਤਰਾਸ ਕਰ ਭਾਗੇ। ਹਨੇਰਾ ਬਹੁਤ ਜ਼ਿਆਦਾ ਹੋ ਚੁੱਕਾ ਸੀ, ਇਹਨਾਂ ਦੇ ਸਾਰੇ ਸੈਨਾਪਤੀ ਮਾਰੇ ਜਾ ਚੁੱਕੇ। ਇਸ ਕਰਕੇ ਇਹਨਾਂ ਵਿੱਚ ਹਿੰਮਤ ਨਹੀਂ ਰਹੇਗੀ ਮਹਾਰਾਜ ਜੀ ਦੇ ਸਿੱਖਾਂ ਦਾ ਮੁਕਾਬਲਾ ਕਰਨ ਦੀ। ਇਸ ਕਰਕੇ ਸੰਗਤ ਦੀ ਇਸ ਹਨੇਰੇ ਦਾ ਲਾਗਾ ਲੈਂਦਿਆਂ ਹੋਇਆਂ ਇਹ ਤੁਰਕ ਦੇ ਸਿਪਾਹੀ ਜਿਹੜੇ ਨੇ, ਇਹ ਡਰਦੇ ਮਾਰੇ ਗਏ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿੱਖਾਂ ਕੋਲੋਂ ਪਿੱਛੇ ਨੂੰ ਭੱਜਣ ਲੱਗੇ ਗਨ ਜੀ। ਰਣ ਮੈਂ ਤਰੰਗ ਮਰੇ। ਹੁਣ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਿੱਖਾਂ ਨਾਲ ਯੁੱਧ ਲੜਦਿਆਂ ਇਸ ਜੰਗ ਦੇ ਵਿੱਚ ਤੁਰਕ ਦੇ ਜਿਨ੍ਹਾਂ ਸਿਪਾਹੀਆਂ ਦੇ ਘੋੜੇ ਮਾਰੇ ਜਾ ਚੁੱਕੇ ਸਨ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿੱਖਾਂ ਦੇ ਨਾਲ ਯੁੱਧ ਲੜਦਿਆਂ ਸੰਗਤ ਦੀ ਤੁਰਕ ਦੇ ਜਿਨ੍ਹਾਂ ਸਿਪਾਹੀਆਂ ਦੇ ਇਸ ਜੰਗ ਦੇ ਵਿੱਚ ਘੋੜੇ ਮਾਰੇ ਜਾ ਚੁੱਕੇ ਸਨ ਜੀ। ਕਹਿੰਦੇ ਉਹ ਸਾਰੇ ਦੇ ਸਾਰੇ ਪੈਦਲ ਗਏ, ਇੱਧਰ ਉੱਧਰ ਘੁੰਮ ਗਏ ਤੇ ਭਾਈ ਸਾਹਿਬ ਜੀ ਲਿਖਦੇ ਨੇ ਹਨੇਰੇ ਦਾ ਲਾਭ ਲੈਂਦਿਆਂ ਗੋਇਆਂ ਉਹ ਲੁਕ ਗਏ। ਇਹ ਸਾਰੇ ਦੇ ਸਾਰੇ ਇੱਧਰ ਉੱਧਰ ਘੁੰਮ ਗਏ ਔਰ ਕਵੀ ਜੀ ਲਿਖਦੇ ਨੇ ਹਨੇਰੇ ਦਾ ਲਾਭ ਲੈਂਦਿਆਂ ਆਇਆ ਉਹ ਸਾਰੇ ਦੇ ਸਾਰੇ ਲੁਕ ਜਾਣਾ ਕੀਤਾ ਕਿ ਜੀ। ਹੁਣ ਭਾਈ ਸਾਹਿਬ ਜੀ ਕਹਿੰਦੇ ਕੋਈ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿੱਖਾਂ ਦੇ ਨਾਲ ਉਥੇ ਮੁਕਾਬਲਾ ਕਰਨ ਵਾਲਾ ਬਾਕੀ ਨਹੀਂ ਬਚਿਆ। ਇਸ ਕਰਕੇ ਭਾਈ ਸਾਹਿਬ ਜੀ ਕਹਿੰਦੇ ਇਹ ਸਾਰੇ ਦੇ ਸਾਰੇ ਬੰਦੇ ਅੱਗੇ ਭੱਜੇ ਜਾ ਰਹੇ। ਤੁਰਕ ਦੀ ਜਿੰਨੇ ਸਿਪਾਹੀ ਨੇ ਇਹ ਸਾਰੇ ਦੇ ਸਾਰੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਫੌਜਾਂ ਦੇ ਅੱਗੇ ਸੰਗਤ ਦੀ ਦੌੜੇ ਜਾ ਰਹੇ ਹਨ। ਸਿੱਖ ਖੜਗ ਕਰ ਘਾਤ। ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਿੱਖਾਂ ਨੇ ਆਪਣੇ ਹੱਥਾਂ 'ਚ ਕਿਰਪਾਨਾਂ ਲਈਆਂ ਤੇ ਮਹਾਰਾਜ ਜੀ ਦੇ ਸਿੱਖਾਂ ਨੇ ਇਹਨਾਂ ਦੇ ਪਿੱਛੇ ਘੋੜੇ ਭਜਾਏ ਆ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਹਾਦਰ ਸਿੱਖ ਆਪਣੇ ਹੱਥਾਂ ਵਿੱਚ ਕਿਰਪਾਨਾਂ ਲੈ ਕੇ ਤੁਰਕ ਦੇ ਸਿਪਾਹੀ ਜਿਹੜੇ ਨੇ ਇਹਨਾਂ ਦੇ ਬੜੀ ਕਾਹਲੀ ਦੇ ਨਾਲ ਉਸ ਜੰਗ ਦੇ ਮੈਦਾਨ ਵਿੱਚ ਪਿੱਛੇ ਦੌੜੇ ਜਾ ਰਹੇ ਗਨ ਜੀ। ਹੁਣ ਕਹਿੰਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਿੱਖ ਇਹਨਾਂ ਨੂੰ ਕੱਟਦੇ ਵੱਢਦੇ ਦੁਸ਼ਮਣ ਦੇ ਸਿਪਾਹੀਆਂ ਨੂੰ ਮਾਰਦੇ ਜਦੋਂ ਇਹਨਾਂ ਦੇ ਪਿੱਛੇ ਜਾ ਰਹੇ ਸਨ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿਪਾਹੀ ਮਗਰੋਂ ਜਦੋਂ ਇਹਨਾਂ ਬੰਦਿਆਂ ਦੀਆਂ ਮੋਰਾਂ ਤੇ ਚੜ੍ਹਦੇ ਜਾ ਰਹੇ ਗਨ ਜੀ। ਦੁਹਾਈ ਬੋਲੇ ਤਬੇ ਕਹਿੰਦੇ ਨੇ ਇਹਨਾਂ ਫਿਰ ਗੁਰੂ ਦਾ ਵਾਸਤਾ ਪਾਇਆ। ਆਖਣ ਲੱਗੇ ਤੁਹਾਨੂੰ ਤੁਹਾਡੇ ਗੁਰੂ ਦਾ ਵਾਸਤਾ ਕਿ ਹੁਣ ਸਾਡਾ ਖਹਿੜਾ ਛੱਡ ਦਿਓ, ਕਿਰਪਾ ਕਰੋ ਅਸੀਂ ਜਿੰਨੇ ਕੋ ਬੰਦੇ ਬਚੇ ਆ ਨਾ ਸਾਡੀ ਜਾਨ ਬਖਸ਼ ਦਿਓ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਤੁਰਕ ਦੇ ਸਿਪਾਹੀਆਂ ਨੇ ਸਿੱਖਾਂ ਦੇ ਸਾਹਮਣੇ ਸੰਗਤ ਦੀ ਵਾਸਤਾ ਪਾਉਣਾ ਕੀਤਾ ਕਿ ਜੀ। ਸਿੱਖ ਪਿੱਛੇ ਹਟਿਆਏ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿੱਖਾਂ ਨੇ ਜਦੋਂ ਗੁਰੂ ਦਾ ਵਾਸਤਾ ਸੁਣਿਆ ਨਾ ਤੇ ਸੰਗਤ ਦੀ ਸਿੱਖ ਦਾ ਹਿਰਦਾ ਇਦਾਂ ਦਾ ਕਿ ਇਹ ਆਪਣੇ ਗੁਰੂ ਦੇ ਨਾਮ ਉੱਪਰ ਤੇ ਜਾਨ ਵੀ ਕੁਰਬਾਨ ਕਰ ਦਿੰਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿੱਖ ਪਿਛਾਂਹ ਮੋੜੇ। ਚਲੋ ਮੈਂ ਇੱਥੇ ਇੱਕ ਉਦਾਹਰਣ ਜ਼ਰੂਰ ਦੇਣੀ ਕਿ ਕਿਉਂਕਿ ਜੰਗ ਹੁਣ ਸਮਾਪਤ ਹੋ ਗਏ। ਸਾਡੇ ਸਿੱਖ ਇਤਿਹਾਸ ਵਿੱਚ ਲਿਖਿਆ ਗਿਆ ਕਿ ਸਿੱਖ ਆਪਣੇ ਗੁਰੂ ਦਾ ਕਿੰਨਾ ਕੁ ਸਤਿਕਾਰ ਕਰਦੇ ਆ।
ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਵੇਲੇ ਇੱਕ ਸਿੱਖ ਹੋਇਆ ਕਿ ਇਹਦਾ ਨਾਮ ਸੀ ਭਾਈ ਬੰਨੋ। ਅਸੀਂ ਇਹਦੀ ਉਦਾਹਰਣ ਉਦਣ ਦਿੱਤੀ ਸੀ, ਜਿੱਥੇ ਮਹਾਰਾਜ ਨੇ ਆਖਿਆ ਸੀ ਭਾਈ ਬੰਨੋ ਸਭ ਸਿੱਖ ਸੰਗਤ ਸਤਿਕਰ ਮੰਨੋ, ਖਮਰਾ ਪ੍ਰੋਤ ਭਾਈ ਬੰਨੋ। ਇਹ ਸਿੱਖ ਦਾ ਜੀਵਨ ਕਿੰਨਾ ਕੁ ਮਹਾਨ ਹੈ। ਅਸਲ ਵਿੱਚ ਇਹ ਸਿੱਖ ਦਾ ਨਗਰ ਸੀ ਮਾਂਗਟ, ਅੱਜ ਕੱਲ੍ਹ ਉੱਧਰ ਰਹਿ ਗਏ। ਇਸ ਦੇਸ਼ ਵਿੱਚ ਵੰਡ ਤੋਂ ਬਾਅਦ ਬਹੁਤ ਜ਼ਿਆਦਾ ਲੋਕ ਮਾਂਗਟ ਇਸ ਦੇਸ਼ ਵਿੱਚ ਵੀ ਆਏ, ਦਾਸ ਦੀ ਨਗਰ ਵਿੱਚ ਵੀ ਬਹੁਤ ਜ਼ਿਆਦਾ। ਇਹਨਾਂ ਸਾਰਿਆਂ ਦਾ ਪਿਛੋਕੜ ਭਾਈ ਬੰਨੋ ਨਾਲ ਮਿਲਦਾ ਏ। ਪਰ ਅਫਸੋਸ ਨਾਲ ਕਹਿਣਾ ਕਿ ਪੈਂਦਾ ਹੈ ਕਿ ਮਾਂਗਟਾਂ ਦੇ ਵਿੱਚ 80% ਲੋਕਾਂ ਨੇ ਕੇਸ ਕਤਲ ਕਰਾ ਦਿੱਤੇ। ਪਿਛੋਕੜ ਇਹਨਾਂ ਦਾ ਭਾਈ ਬੰਨੋ ਨਾਲ ਮਿਲਦਾ ਏ। ਪਰ ਭਾਈ ਬੰਨੋ ਸਾਹਿਬ ਵਾਲੀ ਕੋਈ ਗੱਲ ਇਹਨਾਂ 'ਚੋਂ ਅੱਜ ਕੱਲ੍ਹ ਲੱਭਦੀ ਨਹੀਂ। ਇਹ ਸੱਚਾਈ ਹੈ। ਤੇ ਜਿੰਨੇ ਕੋ ਮੈਂ ਮਾਂਗਟ ਵੇਖੇ ਆਪਣੀ ਜ਼ਿੰਦਗੀ 'ਚ ਗੁਸਤਾਖੀ ਦੇ ਕਿਮਾ, ਉਹ ਸਾਰੇ ਦੇ ਸਾਰੇ ਸ਼ਰਾਬ ਪੀਂਦੇ ਜਿੰਨੇ ਕੋ ਅਸੀਂ ਮਿਲੇ ਆ। ਕਿਉਂਕਿ ਭਾਈ ਬੰਨੋ ਦਾ ਬਹੁਤਿਆਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਵੀ ਸਾਡਾ ਪਿਛੋਕੜ ਉਹਦੇ ਨਾਲ ਜਾ ਕੇ ਮਿਲਦਾ। ਭਾਈ ਸਾਹਿਬ ਦੀ ਇਹਦੇ ਮਹਾਨ ਸਿੱਖ ਸਨ। ਸਾਡਾ ਇਤਿਹਾਸ ਕਹਿੰਦਾ ਜੀ, ਇੱਕ ਵਾਰੀ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਇੱਕ ਚੱਲਿਆ ਹੋਇਆ ਸਿੱਖ ਭਾਈ ਬੰਨੋ ਸਾਹਿਬ ਜੀ ਦੇ ਨਗਰ ਚਲਾ ਗਿਆ, ਮਾਂਗਟ ਪਿੰਡ ਵਿੱਚ। ਤੇ ਭਾਈ ਬੰਨੋ ਸਾਹਿਬ ਜੀ ਸੰਗਤ ਦੀ ਕਰਦੇ ਸਨ ਘਿਓ ਦਾ ਧੰਦਾ। ਉਹਨਾਂ ਦਿਨਾਂ ਵਿੱਚ ਇਹ ਦੇਸੀ ਘਿਓ ਦਾ ਧੰਦਾ ਕਰਦੇ ਸਨ। ਹੁਣ ਅਸੀਂ ਇਹ ਗੱਲ ਨਹੀਂ ਕਹਿ ਸਕਦੇ ਵੀ ਘਿਓ ਤੇ ਲੋਕਾਂ ਦੇ ਘਰਾਂ 'ਚ ਵਾਧੂ ਹੁੰਦਾ ਸੀ। ਉਦੋਂ ਘਰਾਂ 'ਚ ਵਾਧੂ ਹੁੰਦਾ ਸੀ, ਇਸ ਗੱਲ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ। ਪਰ ਸੱਚਾਈ ਇਹ ਕਿ ਘਰਾਂ ਵਿੱਚੋਂ ਖਰੀਦ ਕੇ ਬਾਦਸ਼ਾਹਾਂ ਤੇ ਸੂਬੇਦਾਰਾਂ ਦੀਆਂ ਫੌਜਾਂ ਤੱਕ ਪਹੁੰਚਾਇਆ ਜਾਂਦਾ ਸੀ। ਕਿਉਂਕਿ ਬਾਦਸ਼ਾਹਾਂ ਨੇ ਘੋੜੇ ਰੱਖੇ ਹੁੰਦੇ, ਮੱਝਾਂ ਨਹੀਂ ਸੀ ਰੱਖੀਆਂ ਹੁੰਦੀਆਂ, ਬਹੁਤੀਆਂ ਥੋੜੀਆਂ ਹੁੰਦੀਆਂ ਸਨ, 2-4 ਆਪਣੇ ਟੱਬਰ ਜੋਗੀਆਂ। ਤੇ ਫੌਜ ਜਿਸ ਜਗ੍ਹਾ ਤੇ 50,000 ਬੰਦਾ ਜਿੱਥੇ ਨੌਕਰੀ ਕਰਦਾ ਕਿ ਉਹਨੂੰ ਇਹ ਵਸਤੂਆਂ ਚਾਹੀਦੀਆਂ ਨੇ। ਭਾਈ ਬੰਨੋ ਸਾਹਿਬ ਜੀ ਇਹ ਵਪਾਰ ਕਰਦੇ ਸਨ। ਕਦੇ ਕਦਾਂ ਜਿਸ ਕਿਸੇ ਬੰਦੇ ਕੋਲ ਮਾਲ ਡੰਗਰ ਨਾ ਹੋਣਾ, ਉਹਨਾਂ ਭਾਈ ਸਾਹਿਬ ਜੀ ਦੇ ਕੋਲੋਂ ਘਿਓ ਲੈ ਕੇ ਜਾਣਾ। ਅੰਮ੍ਰਿਤਸਰ ਦੀ ਧਰਤੀ ਤੋਂ ਚੱਲਿਆ ਹੋਇਆ ਸਿੱਖ ਜਦੋਂ ਭਾਈ ਬੰਨੋ ਸਾਹਿਬ ਦੇ ਪਿੰਡ ਗਿਆ ਤੇ ਭਾਈ ਬੰਨੋ ਸਾਹਿਬ ਬਾਰੇ ਪੁੱਛਿਆ ਤੇ ਕਿਸੇ ਨੇ ਇਹਨਾਂ ਨੂੰ ਇਹਨਾਂ ਦੀ ਦੁਕਾਨ ਤੇ ਭੇਜ ਦਿੱਤਾ। ਹੋਇਆ ਇੱਦਾਂ ਕਿ ਜਿਸ ਵੇਲੇ ਭਾਈ ਬੰਨੋ ਸਾਹਿਬ ਦੀ ਦੁਕਾਨ ਤੇ ਗਏ ਨਾ, ਤੇ ਇਹਨਾਂ ਜਾ ਕੇ ਵੇਖਿਆ ਕਿ ਇਹ ਗੁਰਸਿੱਖ ਦੁਕਾਨ ਤੇ ਗਿਆ। ਇਹਨਾਂ ਜਾ ਕੇ ਵੇਖਿਆ ਕਿ ਭਾਈ ਬੰਨੋ ਜਿਹੜਾ ਕਿ ਇਹ ਕਿਸੇ ਗਾਹਕ ਦੇ ਨਾਲ ਕਿਸੇ ਇੱਕ ਆਨੇ ਤੋਂ ਗੱਲਬਾਤ ਚੱਲ ਰਹੀ ਸੀ। ਸ਼ਾਇਦ ਉਹ ਕਹਿੰਦਾ ਹੋਏਗਾ ਕਿ ਮੈਂ ਘੱਟ ਦੇਣਾ ਹੈ, ਤੇ ਭਾਈ ਸਾਹਿਬ ਜੀ ਕਹਿੰਦੇ ਸਨ ਮੈਂ ਪੂਰੇ ਲੈਣੇ ਆ। ਗੁਰਸਿੱਖ ਵੇਖਦਾ ਰਿਹਾ ਜੀ, ਵੇਖਦਾ ਰਿਹਾ। ਉਹਦੇ ਮਨ ਅੰਦਰ ਖਿਆਲ ਬਣਿਆ ਵੀ ਜਿਹੜਾ ਬੰਦਾ ਇਹ ਕਾਰਨਾ ਨਹੀਂ ਘੱਟ ਵੱਧ ਕਰਦਾ ਪਿਆ, ਇਸ ਬੰਦੇ ਕੋਲੋਂ ਧਰਮ ਕਿੱਥੋਂ ਲੱਭੇਗਾ। ਅੱਜ ਸਾਡੀ ਵੀ ਇਹ ਸੋਚ, ਅਸੀਂ ਸੋਚਦੇ ਵੀ ਅਗਲਾ ਆਪਣਾ ਧੰਦਾ ਦਾ ਤੇ ਲਾ ਦੇ, ਅਸੀਂ ਧਰਮੀ ਤਾਂ ਮੰਨਾਂਗੇ ਜੇ ਇਹ ਬੰਦਾ ਸਾਡੇ ਤੋਂ ਪੈਸਾ ਨਾ ਮੰਗੇ। ਤੇ ਜੇ ਕਿਸੇ ਨੇ ਪੈਸਾ ਮੰਗਣਾ ਸੀ ਕਹਿੰਦੇ ਇਹ ਕਹਿੰਦਾ ਇਹ ਤੇ ਬੰਦਾ ਧਰਮੀ ਹੋ ਹੀ ਨਹੀਂ ਨਾ ਸਕਦਾ, ਕਿਉਂਕਿ ਇਹਨੇ ਪੈਸੇ ਮੰਗ ਲਏ। ਹੋਇਆ ਇਦਾਂ ਦੀ ਗੁਰਸਿੱਖ ਦੇ ਗਿਰਦੇ ਅੰਦਰ ਪੁਰਨਾ ਬਣਿਆ ਵੀ ਇਸ ਬੰਦੇ ਦੇ ਅੰਦਰੋਂ ਧਰਮ ਕਿੱਥੋਂ ਲੱਭੇ ਗਏ, ਕਾਨੇ ਤੋਂ ਇੱਧਰ ਉੱਧਰ ਦੱਬੇ। ਮੈਂ ਗੱਲ ਲਮਕਾਵਾਂ ਨਾ, ਚਲੋ ਉਹ ਕਹਾਣੀ ਨਿਬੜ ਗਈ, ਮਾਇਆ ਦਾ ਕੰਮ ਪੂਰਾ ਹੋ ਗਿਆ। ਭਾਈ ਬੰਨੋ ਸਾਹਿਬ ਨੇ ਸਿੱਖ ਨੂੰ ਜੀ ਆਇਆਂ ਆਖਿਆ ਤੇ ਪੁੱਛਿਆ ਕਿੱਥੋਂ ਆਏ ਹੋ। ਕਹਿਣ ਲੱਗਾ ਅੰਮ੍ਰਿਤਸਰ ਦੀ ਧਰਤੀ ਤੋਂ। ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਭੇਜਿਆ। ਭਾਈ ਬੰਨੋ ਨੂੰ ਚਾਹ ਚੜ ਕੇ ਕਹਿ ਲੱਗੇ ਚੱਲ ਗੁਰਸਿੱਖਾ ਘਰ ਚੱਲੀਏ। ਆਪਣੇ ਘਰ ਲੈ ਗਏ। ਘਰ ਅੰਦਰ ਜਾ ਕੇ ਭਾਈ ਬੰਨੋ ਸਾਹਿਬ ਨੇ ਪਹਿਲਾ ਸਵਾਲ ਇਹ ਕੀਤਾ, ਭਾਈ ਬੰਨੋ ਨੇ ਉਸ ਗੁਰਸਿੱਖ ਨੂੰ ਕਿ ਗੁਰਸਿੱਖਾ ਇਹ ਕਿਰਪਾ ਕਰਕੇ ਦੱਸ ਵੀ ਤੂੰ ਛਕੇਗਾ ਕਿ ਪ੍ਰਸ਼ਾਦਾ ਛਕਣਾ ਕਿ ਜਾਂ ਕੁਝ ਹੋਰ ਛਕਣਾ ਹੈ। ਬੜਾ ਸਿਆਣਾ ਗੁਰਸਿੱਖ ਕਹਿ ਲੋ, ਉਹਨੇ ਇੱਕੋ ਸਵਾਲ ਕੀਤਾ। ਕਹਿ ਲੱਗਾ ਛਕਾਂਗੇ, ਬਾਅਦ ਵਿੱਚ ਪਹਿਲਾਂ ਇਸ਼ਨਾਨ ਕਰਨਾ ਹੈ, ਇਸ਼ਨਾਨ ਪਹਿਲਾਂ ਕਰਨਾ ਹੈ। ਭਾਈ ਬੰਨੋ ਸਾਹਿਬ ਨੇ ਆਖਿਆ ਵੀ ਜਲ ਠੰਡਾ ਚੱਲੇਗਾ ਕਿ ਗਰਮ। ਇਹਨੇ ਆਖਿਆ ਜਲ ਨਾਲ ਤੇ ਇਸ਼ਨਾਨ ਰੋਜ਼ ਹੀ ਕਰੀਦਾ ਹੈ। ਅੱਜ ਘਿਓ ਦੇ ਵਪਾਰੀ ਦੇ ਘਰ ਆਏ, ਇਸ਼ਨਾਨ ਵੀ ਘਿਓ ਨਾਲ ਹੀ ਹੋਏਗਾ, ਘਿਓ ਨਾਲ ਹੀ ਕਰਾਂਗੇ। ਉਹਨੇ ਆਖਿਆ ਠੀਕ ਹੈ ਜੀ, ਇਹ ਸੱਚ ਹੈ, ਮੈਂ ਤੁਹਾਨੂੰ ਕੋਈ ਗੱਪ ਕਹਾਣੀ ਨਹੀਂ ਸੁਣਾ ਰਿਹਾ। ਸੰਗਤ ਜੀ ਸਾਡਾ ਇਤਿਹਾਸ ਕਹਿੰਦਾ ਕਿ ਭਾਈ ਬੰਨੋ ਸਾਹਿਬ ਨੇ ਇੱਕ ਬਾਲਟੀ ਵੱਡੀ ਘਿਓ ਦੀ ਭਰ ਲਈ ਤੇ ਜਿਸ ਜਗ੍ਹਾ ਤੇ ਸਿੱਖ ਦਾ ਇਸ਼ਨਾਨ ਕਰਾਉਣਾ ਸੀ ਨਾ, ਉਸ ਜਗ੍ਹਾ ਤੇ ਇਹਨੇ ਇੱਕ ਫੱਟੀ ਢਾ ਦਿੱਤੀ। ਫੱਟੀ ਦੇ ਕੋਲ ਲਾ ਕੇ ਬਾਲਟੀ ਰੱਖੀ। ਇੱਕ ਵੱਡਾ ਸਾਰਾ ਬਰਤਨ, ਗੜਵੀ ਸ਼ਬਦ ਆਪਾਂ ਵਰਤ ਲਈਏ ਜਾਂ ਕੌਲਾ, ਇਹਨੇ 2 ਕੌਲੇ ਘਿਓ ਦੇ ਭਰੇ ਤੇ ਫੱਟੀ ਦੇ ਡੋਲ ਦਿੱਤੇ। ਸਿੱਖ ਨੇ ਬੜੇ ਪਿਆਰ ਨਾਲ ਭਾਈ ਬੰਨੋ ਦਾ ਹੱਥ ਫੜਿਆ ਵੀ ਕਿਤੇ ਹੋਰ ਵੀ ਨਾ ਡੋਲ ਦਿੰਦਾ ਹੋਏ।
ਉਸਨੇ ਬੜੇ ਪਿਆਰ ਦੇ ਨਾਲ ਇਹ ਗੱਲ ਆਖੀ, ਕਹਿ ਲੱਗਾ ਗੁਰਸਿੱਖਾ ਤੈਨੂੰ ਵੀ ਇਸ ਗੱਲ ਦਾ ਪਤਾ ਹੈ ਕਿ ਘਿਓ ਨਾਲ ਇਸ਼ਨਾਨ ਕੋਈ ਨਹੀਂ ਕਰਦਾ ਹੋਣਾ ਤੇ ਨਾ ਮੈਂ ਹੀ ਕਰਨਾ ਹੈ। ਭਾਈ ਬੰਨੂ ਤੈਨੂੰ ਪਤਾ ਹੈ ਘਿਓ ਨਾਲ ਇਸ਼ਨਾਨ ਨਹੀਂ ਹੁੰਦਾ, ਇਸ ਕਰਕੇ ਮੈਂ ਤੈਨੂੰ ਘਿਓ ਨਾਲ ਇਸ਼ਨਾਨ ਕਰਨ ਦੀ ਗੱਲ ਕਹੀ ਸੀ। ਤੂੰ ਮੈਨੂੰ ਕਿਰਪਾ ਕਰਕੇ ਇਹ ਦੱਸ ਕਿ ਦੁਕਾਨ ਤੇ ਬੈਠਾ ਹੋਇਆ ਗ੍ਰਾਹਕ ਨਾਲ ਤੂੰ ਏਕਾਨੇ ਤੋਂ ਇੱਧਰ ਉੱਧਰ ਦੀ ਗੱਲ ਕਰਦਾ ਪਿਆ ਸੀ ਤੇ ਘਰ ਵਿੱਚ ਆਇਆ ਤੇ ਜੇ ਮੈਂ ਇਸ਼ਨਾਨ ਦੀ ਗੱਲ ਕੀਤੀ ਹੈ ਤੇ ਤੂੰ ਦੋ ਕੌਲੇ ਡੋਲ ਦਿੱਤੇ ਆ। ਸਾਡੇ ਲੋਕ ਵੀ ਸਵਾਲ ਕਰਦੇ ਆ ਨਾ ਵੀ ਗੁਰਦੁਆਰੇ ਦੁੱਧ ਚੜਾਉਂਦੇ ਆ ਜੀ, ਕਿਸੇ ਨੂੰ ਉਹਦਾ ਮੂੰਹ ਤੇ ਨਹੀਂ ਦਿੰਦੇ, ਮਤਲਬ ਅਸੀਂ ਸੋਚਨੇ ਆ ਵੀ ਸਾਰਾ ਕੰਮ ਇਦਾਂ ਹੀ ਚੱਲੇ। ਉਸਨੇ ਬੜੀ ਸੋਹਣੀ ਗੱਲ ਆ ਕੇ ਕਹਿ ਲੱਗਾ ਗੁਰਸਿੱਖਾ ਉੱਥੇ ਮੇਰਾ ਧੰਦਾ ਸੀ ਤੇ ਇੱਥੇ ਮੇਰਾ ਧਰਮ ਆ। ਜਿਸ ਜਗ੍ਹਾ ਤੇ ਧੰਦਾ ਚੱਲਦਾ ਹੈ ਨਾ, ਜੇ ਗੁਰਸਿੱਖ ਕਿਸੇ ਦਾ ਹੱਕ ਮਾਰਦਾ ਨਹੀਂ ਤੇ ਇਹ ਕਿਸੇ ਨੂੰ ਆਗਿਆ ਵੀ ਨਹੀਂ ਦਿੰਦਾ ਵੀ ਕੋਈ ਮੇਰਾ ਹੱਕ ਮਾਰ ਲੈ। ਜੇ ਅਸੀਂ ਕਿਸੇ ਦਾ ਹੱਕ ਨਹੀਂ ਖਾਂਦੇ ਤੇ ਅਸੀਂ ਕਿਸੇ ਨੂੰ ਆਪਣਾ ਹੱਕ ਵੀ ਨਹੀਂ ਖਾਣ ਦਿੰਦੇ। ਭਾਈ ਬੰਨੂ ਸਾਹਿਬ ਨੇ ਆਖਿਆ ਧੰਦਾ ਚੱਲਦਾ ਕੀ ਤਾਂ ਕਿ ਜੇ ਹਿਸਾਬ ਬਰਾਬਰ ਹੋਵੇ ਤੇ, ਪਰ ਜਿਸ ਜਗ੍ਹਾ ਤੇ ਧਰਮ ਦੀ ਗੱਲ ਆ ਗਈ ਤੂੰ ਘਿਓ ਦੀ ਕੀ ਗੱਲ ਕਰਦੇ, ਮੈਂ ਆਪਣਾ ਸੀਸ ਬਲੀ ਦੇਣ ਵਾਸਤੇ ਵੀ ਤਿਆਰ ਹਾਂ, ਸੀਸ ਕਟਾਉਣ ਵਾਸਤੇ ਤਿਆਰ ਗਏ, ਕਿਉਂਕਿ ਧੰਦੇ ਵਿੱਚ ਇਹ ਕਾਨੇ ਦਾ ਵੀ ਘਾਟਾ ਵਾਧਾ ਨਹੀਂ, ਪਰ ਧਰਮ ਜਿਹੜਾ ਕਿ ਧਰਮ ਦੇ ਵਾਸਤੇ ਤੇ ਸਾਰੀ ਜ਼ਿੰਦਗੀ ਦੀ ਪੂੰਜੀ ਕੀ ਕੁਰਬਾਨ, ਸਾਰੀ ਜ਼ਿੰਦਗੀ ਦੀ ਕੁਰਬਾਨ। ਉਸ ਗੁਰਸਿੱਖ ਨੇ ਭਾਈ ਬੰਨੋ ਦੇ ਚਰਨਾਂ ਤੇ ਮੱਥਾ ਟੇਕ ਕੇ ਆਖਿਆ ਸੀ ਜਿੰਨਾ ਚਿਰ ਤੇਰੇ ਵਰਗੇ ਸਿੱਖ ਤੇ ਬੈਠੇ ਆ, ਇਹ ਗੁਰਸਿੱਖਾ ਇਹ ਗੱਲ ਯਾਦ ਰੱਖ, ਉਹਨਾਂ ਚਿਰ ਇਸ ਧਰਮ ਨੂੰ ਢਾਹ ਲਾਉਣ ਵਾਲਾ ਕੋਈ ਨਹੀਂ ਪੈਦਾ ਹੋਏਗਾ। ਇਸ ਜਗ੍ਹਾ ਤੇ ਭਾਈ ਸਾਹਿਬ ਜੀ ਨੇ ਇਹ ਬਦਲ ਲਿਖਿਆ ਕਿ ਇਹ ਅਸੀਂ ਉਦਾਹਰਣ ਤਾਂ ਦਿੱਤੀ ਗਈ ਕਿ ਸੰਗਤ ਦੇ ਉਹਨਾਂ ਫਿਰ ਗੁਰੂ ਦਾ ਵਾਸਤਾ ਦਿੱਤਾ ਗਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਸੰਗਤ ਦੀ ਆਪਣੇ ਸਿੱਖਾਂ ਨੂੰ ਜੀਵਨ ਹੀ ਐਸਾ ਦਿੱਤਾ ਕਿ ਇਹ ਆਪਣੇ ਗੁਰੂ ਦੇ ਨਾਂ ਤੇ ਕੁਰਬਾਨੀ ਕਰਨ ਤੋਂ ਵੀ ਪਿੱਛੇ ਨਹੀਂ ਹਟਦੇ। ਉਹਨਾਂ ਗੁਰੂ ਦਾ ਵਾਸਤਾ ਪਾਇਆ ਕਿ ਤੁਹਾਨੂੰ ਤੁਹਾਡੇ ਗੁਰੂ ਦਾ ਵਾਸਤਾ ਕਿ ਤੁਸੀਂ ਕਿਰਪਾ ਕਰਕੇ ਇਸ ਜਗ੍ਹਾ ਸਾਨੂੰ ਛੱਡ ਦਿਓ ਤੇ ਪਿੱਛੇ ਚਲੇ ਜਾਓ। ਭਾਈ ਵਿਧੀ ਚੰਦ ਸਾਹਿਬ ਵਰਗਿਆਂ ਨੇ ਜਦੋਂ ਇਹ ਗੱਲ ਸੁਣੀ ਤੁਰਕ ਦੇ ਸਿਪਾਹੀਆਂ ਦੀ ਰਸਨਾ ਚੋਂ, ਤੇ ਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿੱਖ ਜਿੰਨੇ ਸਨ ਉਹ ਸਾਰੇ ਦੇ ਸਾਰੇ ਪਿੱਛੇ ਮੁੜ ਕੇ ਆ ਗਏ ਗਨ ਜੀ। ਮਾਰਨ ਹਿਤ ਹੱਥ ਉਠਾਏ। ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿੱਖ ਪਹਿਲਾ ਦੁਸ਼ਮਣ ਨੂੰ ਮਾਰਨ ਵਾਸਤੇ ਆਪਣੇ ਖੱਤ ਤਾਂ ਚੁੱਕੀ ਬੈਠੇ ਸਨ ਕਿ ਇਹਨਾਂ ਦਾ ਕਤਲ ਕਰਨਾ ਹੈ, ਪਰ ਜਿਸ ਵੇਲੇ ਉਹਨਾਂ ਗੁਰੂ ਦਾ ਵਾਸਤਾ ਪਾਇਆ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਿੱਖਾਂ ਨੇ ਕਿਰਪਾਨਾਂ ਥੱਲੇ ਕਰ ਲਈਆਂ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿੱਖਾਂ ਨੇ ਆਪਣੇ ਸ਼ਸਤਰ ਜਿਹੜੇ ਨੇ ਆਪਣੇ ਮਿਆਨਾਂ ਵਿੱਚ ਪਾ ਲਏ ਗਨ ਜੀ। ਸਤਿਗੁਰ ਡੇਰੋ ਨਿਜ ਹੁਣ ਜਿਸ ਜਗ੍ਹਾ ਦੀ ਉੱਪਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣਾ ਉਤਾਰਾ ਕੀਤਾ ਹੋਇਆ ਸੀ, ਜਾਣੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਪਿੱਛੇ ਜਿਸ ਜਗ੍ਹਾ ਦੇ ਉੱਪਰ ਆਪਣਾ ਆਸਣ ਲਾ ਕੇ ਬੈਠੇ ਹੋਏ ਸਨ ਜੀ, ਦਾਸ ਤੈ ਰਾਖ ਸੁਧਾਰਾ। ਕਹਿੰਦੇ ਨੇ ਉਹ ਸਾਰੇ ਦੇ ਸਾਰੇ ਸੇਵਾਦਾਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਮਿਲਣ ਵਾਸਤੇ ਪਿੱਛੇ ਮੁੜ ਪਏ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਭੇ ਸਿੱਖ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਮਿਲਣ ਵਾਸਤੇ ਪਿੱਛੇ ਮੁੜ ਪਏ ਗਨ ਜੀ। ਵਿਚਾਰ ਕੀਨ ਮਨ ਮਾਈ। ਹੁਣ ਭਾਈ ਸਾਹਿਬ ਦਾ ਅਗਲਾ ਪਾਠ ਕੇ ਕਹਿਣ ਲੱਗੇ ਉਹਨਾਂ ਸੇਵਕਾਂ ਨੇ ਆਪਣੇ ਮਨ ਵਿੱਚ ਵਿਚਾਰ ਕੀਤੀ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਭੇ ਸਿੱਖ ਆਪਣੇ ਮਨ ਵਿੱਚ ਸੋਚਣ ਲੱਗੇ ਗਨ, ਉਹ ਸੋਚਦੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਅਜੇ ਅੱਗੇ ਆਏ ਨਹੀਂ, ਹਨੇਰਾ ਬੜਾ ਹੋ ਗਿਆ, ਬੜੀ ਇਕਾਗਰਤਾ ਨਾਲ ਸੌਂਦੇ ਨਾ, ਪਰ ਇਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਮਹਾਰਾਜ ਦਾ ਮੁਕਾਬਲਾ ਤੇ ਉਧਰ ਕਿਸੇ ਹੋਰ ਨਾਲ ਹੋਇਆ। ਜਿਸ ਜਗ੍ਹਾ ਤੇ ਗੁਰੂ ਸਾਹਿਬ ਨੂੰ ਛੱਡ ਕੇ ਗਏ ਸੀ ਮਹਾਰਾਜ ਉੱਥੇ ਗਏ ਨਹੀਂ ਸੀ। ਇਹ ਸਾਰੇ ਵਿਚਾਰ ਕਰਦੇ ਨੇ ਕਿ ਹਨੇਰਾ ਬਹੁਤ ਜ਼ਿਆਦਾ ਹੋ ਗਿਆ ਕਿ ਪਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਅਜੇ ਇਸ ਜਗ੍ਹਾ ਤੇ ਵਾਪਸ ਨਹੀਂ ਆਏ ਜੀ। ਸੰਧਿਆ ਭਰੀ ਜਾਨ ਤਿਸ ਕਾਲਾ। ਹੁਣ ਕਹਿੰਦੇ ਜਦੋਂ ਉੱਥੇ ਆ ਕੇ ਉਹਨਾਂ ਵੇਖਿਆ ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਤੇ ਉੱਤੇ ਗਏ ਨਹੀਂ, ਤੇ ਸਿੱਖਾਂ ਦੇ ਹਿਰਦੇ ਵਿੱਚ ਬੜੇ ਖਿਆਲ ਪੈਦਾ ਹੋਣ ਲੱਗ ਪਏ। ਹੁਣ ਕਿਹੜੇ ਖਿਆਲ ਹੋਣਗੇ ਤੁਸੀਂ ਆਪ ਵੀ ਜਾਣਦੇ ਹੋ, ਜੰਗ ਦਾ ਮਾਹੌਲ ਆ, ਸਾਰੇ ਸਿੱਖਾਂ ਦੇ ਹਿਰਦੇ ਦੇ ਅੰਦਰ ਬਹੁਤ ਜ਼ਿਆਦਾ ਖਿਆਲ ਪੈਦਾ ਹੋਣ ਲੱਗ ਪਏ ਆ। ਇਸ ਵੇਲੇ ਤੱਕ ਸੰਗਤ ਦੀ ਹਨੇਰਾ ਜਿਹੜਾ ਕਿ ਬਹੁਤ ਜ਼ਿਆਦਾ ਹੋ ਚੁੱਕਾ ਹੈ ਜੀ। ਸਨਮਾਨਯੋਗ ਬਾਬਾ ਵਿਧੀ ਚੰਦ ਸਾਹਿਬ ਜੀ ਨੇ ਗੁਰਸਿੱਖਾਂ ਨੂੰ ਹੁਕਮ ਕਰਕੇ ਆਖਿਆ ਵੀ 2 ਮਸ਼ਾਲਾਂ ਜਗਾਈਆਂ ਜਾਣ। ਉਹਨਾਂ ਸਮਿਆਂ ਦੇ ਵਿੱਚ ਮਸ਼ਾਲ ਜਗਾ ਕੇ ਤੇ ਉਹਦੇ ਨਾਲ ਚਾਨਣ ਕੀਤਾ ਜਾਂਦਾ ਸੀ।
ਇਹਨਾਂ ਦੋਨਾਂ ਗੁਰਸਿੱਖਾਂ ਨੇ ਬਾਬਾ ਬਿਧੀ ਚੰਦ ਸਾਹਿਬ ਦੇ ਹੁਕਮ ਨੂੰ ਮੰਨ ਕੇ ਸੰਗਤ ਦੇ ਉਸੇ ਵੇਲੇ ਮਸਾਲਾਂ ਜਗਾ ਲਈਆਂ ਗਨ ਦੇ। ਨਹੀਂ ਰਣ ਕੀ ਜਿਸ ਆਏ ਸਨਮਾਨਯੋਗ ਬਾਬਾ ਬਿਧੀ ਚੰਦ ਸਾਹਿਬ ਦੇ ਇਹਨਾਂ ਮਸਾਲ ਤੇ ਸਿੱਖਾਂ ਦੇ ਨਾਲ ਨੇ ਤੇ ਇਹ ਸਾਰੇ ਦੇ ਸਾਰੇ ਬੜੀ ਕਾਹਲੀ ਦੇ ਨਾਲ ਉਸ ਰਣ ਖੇਤਰ ਵਾਲੇ ਪਾਸੇ ਆ ਗਏ ਆ ਜੀ। ਸਾਰੇ ਦੇ ਸਾਰੇ ਬੜੀ ਕਾਹਲੀ ਦੇ ਨਾਲ ਸੰਗਤ ਦੇ ਉਸ ਮੈਦਾਨ ਵਾਲੇ ਪਾਸੇ ਆ ਗਏ ਗਨ। ਭੋਜਨ ਲਗੇ ਨਹੀਂ ਗੁਰ ਪਾਏ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਇਹ ਖੋਜ ਕਰਨ ਲੱਗੇ, ਮਹਾਰਾਜ ਸਾਹਿਬ ਜੀ ਨੂੰ ਲੱਭਦੇ ਪਏ ਆ, ਪਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਸੰਗਤ ਦੀ ਇਹਨਾਂ ਨੂੰ ਕਿਸੇ ਪਾਸੇ ਨਜ਼ਰ ਨਹੀਂ ਆਉਂਦੇ ਪਏ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਇਹਨਾਂ ਨੂੰ ਕਿਸੇ ਪਾਸੇ ਵੀ ਨਹੀਂ ਦਿਸਦੇ ਪਏ ਦੀ। ਚੰਦ ਜੁਗ ਦੇਖ ਮਸਾਲ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਿੱਖ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਇਹਨਾਂ ਦੋਨਾਂ ਗੁਰਸਿੱਖਾਂ ਦੇ ਹੱਥਾਂ ਵਿੱਚ ਮਸਾਲਾਂ ਵੇਖੀਆਂ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿੱਖ ਨੇ ਇਹਨਾਂ ਦੇ ਹੱਥਾਂ ਵਿੱਚ ਮਸਾਲਾਂ ਵੇਖੀਆਂ ਗਨ ਦੀ। ਤੁਆਏ ਆਇਸ ਤਤਕਾਲ ਤੇ ਬਾਬਾ ਬਿਧੀ ਚੰਦ ਸਾਹਿਬ ਦੇ ਇਹਨਾਂ ਮਸਾਲਾਂ ਦੇ ਚਾਨਣੇ ਨਾ ਆਪਣੇ ਘੋੜੇ ਨੂੰ ਅੱਗੇ ਪਿੱਛੇ ਕਰ ਕਰਕੇ ਬੜੀ ਕਾਹਲੀ ਨਾਲ ਗੁਰੂ ਹਰਗੋਬਿੰਦ ਸਾਹਿਬ ਦੀ ਖੋਜ ਕਰ ਰਹੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਸੰਗਤ ਦੀ ਬੜੀ ਕਾਹਲੀ ਨਾਲ ਲੱਭਦੇ ਪਏ ਗਨ ਦੀ। ਤੇ ਸਾਰੇ ਗੁਰਸਿੱਖ ਜਿਹੜੇ ਆ ਨਾ ਇੱਕ ਦੂਜੇ ਨੂੰ ਪੁੱਛਦੇ ਪਏ, ਕਿਉਂਕਿ ਅਜੇ ਕਈ ਗੁਰਸਿੱਖ ਉਧਰੋਂ ਜੰਗ ਜਿੱਤ ਕੇ ਵਾਪਸ ਮੁੜਦੇ ਪਏ ਸਨ, ਕਈ ਮੋੜ ਆਏ ਸਨ, ਕਈ ਗੁਰੂ ਨੂੰ ਲੱਭ ਰਹੇ। ਇਸ ਕਰਕੇ ਸਾਰੇ ਸਿੱਖ ਜਿਹੜੇ ਨੇ ਸੰਗਤ ਦੀ ਉਹ ਇੱਕ ਦੂਜੇ ਦੇ ਨਾਲ ਗੱਲਾਂ ਕਰਦੇ ਪਏ ਗਨ ਦੀ। ਕਹਿਤ ਦੇਖੇ ਹਮ ਨਾ ਤੇ ਜਿਸ ਨੂੰ ਇਹ ਪੁੱਛਿਆ ਜਾਂਦਾ ਹੈ ਕਿ ਤੂੰ ਅੱਗੋਂ ਆਏ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਪਾਸੇ ਆ, ਤੇ ਗਰ ਸਿੱਖ ਅੱਗੋਂ ਜਵਾਬ ਦਿੰਦਾ ਕਿ ਨਹੀਂ ਮੈਂ ਗੁਰੂ ਹਰਗੋਬਿੰਦ ਸਾਹਿਬ ਨੂੰ ਇੱਧਰ ਨਹੀਂ ਵੇਖਿਆ। ਕੋਈ ਇੱਧਰੋਂ ਆਇਆ ਪੁੱਛਿਆ ਮਹਾਰਾਜ ਇੱਧਰਲੇ ਪਾਸੇ, ਉਸ ਗੁਰਸਿੱਖ ਨੇ ਦੱਸਿਆ ਜੀ ਮੈਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇੱਧਰ ਨਹੀਂ ਵੇਖਿਆ। ਇਸ ਕਰਕੇ ਕਵੀ ਜੀ ਕਹਿੰਦੇ ਨੇ ਕਿ ਸਾਰੇ ਸਿੱਖ ਆਪਣੀ ਰਸਨਾ ਚੋਂ ਇਹ ਗੱਲ ਕਹਿੰਦੇ ਸਨ ਕਿ ਅਸਾਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਨਹੀਂ ਵੇਖਿਆ ਜੀ। ਅਦਿਕ ਸਬਨ ਕੇ ਹੋਈ ਸਭਨਾ ਗੁਰਸਿੱਖਾਂ ਦੇ ਗਿਰਦੇ ਦੇ ਅੰਦਰ ਸੰਗਤ ਦੀ ਬਹੁਤ ਜ਼ਿਆਦਾ ਚਿੰਤਾ ਪੈਦਾ ਹੋ ਗਈ। ਚਿੰਤਾ ਕਿਸ ਗੱਲ ਦੀ ਹੋ ਸਕਦੀ ਹੈ? ਦਾਸ ਨੇ ਪਹਿਲਾਂ ਬੇਨਤੀ ਕੀਤੀ ਤੁਹਾਨੂੰ ਵੀ ਗਿਆਨ ਹੈ। ਸਭਨਾ ਗੁਰਸਿੱਖਾਂ ਦੇ ਗਿਰਦੇ ਦੇ ਅੰਦਰ ਉਸ ਵੇਲੇ ਸੰਗਤ ਦੀ ਬਹੁਤ ਜ਼ਿਆਦਾ ਚਿੰਤਾ ਪੈਦਾ ਹੋ ਗਈ ਜੀ। ਲਗੇ ਖੇਤ ਸਭ ਕੋਈ ਸਾਰੇ ਦੇ ਸਾਰੇ ਉਸ ਰਣ ਖੇਤਰ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿੱਖ ਢੂੰਡਣ ਲੱਗ ਪਏ ਆ। ਸਾਰੇ ਦੇ ਸਾਰੇ ਮੈਦਾਨੇ ਜੰਗ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿੱਖ ਖੋਜਣ ਲੱਗ ਪਏ ਗਨ ਦੀ। ਮੈਂ ਵਿਚਰਤ ਅਸਵਾਰ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅਸਵਾਰ ਆਪਣੇ ਘੋੜਿਆਂ ਤੇ ਚੜ੍ਹ ਕੇ ਇੱਧਰ ਉੱਧਰ ਵਿਚਰ ਰਹੇ ਸਨ, ਘੁੰਮ ਰਹੇ ਸਨ ਬੜੀ ਕਾਹਲੀ ਦੇ ਨਾਲ। ਸੰਗਤ ਜੀ ਇਹਨਾਂ ਗੁਰਸਿੱਖਾਂ ਨੂੰ ਫਿਕਰ ਜੰਗ ਲੜਨ ਦਾ ਨਹੀਂ ਸੀ ਹੋਇਆ ਜਿੰਨਾ ਗੁਰੂ ਹਰਗੋਬਿੰਦ ਸਾਹਿਬ ਜੀ ਨਹੀਂ ਮਿਲ ਰਹੇ ਤੇ ਹੁਣ ਹੋ ਰਹੇ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪੁਰਾਤਨ ਸਮੇਂ ਵਿੱਚ ਗਿਰਦਾ ਇਹ ਦਿੱਤਾ ਸੀ, ਇਹ ਨਹੀਂ ਸੀ ਬਰਦਾਸ਼ਤ ਕਰ ਸਕਦਾ। ਅੱਜ ਕੱਲ੍ਹ ਸਿੱਖ ਕਰ ਲੈਂਦਾ ਹੈ ਜੀ। ਇਹਦੇ ਸਾਹਮਣੇ ਕਿਸੇ ਦੇ ਘਰ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਹੋ ਰਹੀ ਹੈ, ਵੀ ਅੱਜ ਦਾ ਸਿੱਖ ਨਹੀਂ ਦੀ ਬੋਲਦਾ। ਭਾਵੇਂ ਗੁਟਕਾ ਸਾਹਿਬ ਦੇ ਘੱਟਾ ਗੋਡੇ ਗੋਡੇ ਪਿਆ ਹੋਵੇ ਨਾ, ਵੈਸੇ ਜਿਹਦੇ ਘਰ ਪਿਆ ਉਹ ਵੀ ਸਿੱਖ ਆ। ਜਿਹੜਾ ਉਹਦੇ ਘਰ ਜਾ ਕੇ ਵੇਖਿਆ ਉਹ ਵੀ ਗੁਰਸਿੱਖ, ਉਹ ਨਹੀਂ ਦੇ ਬੋਲਦਾ ਵੀ ਤੂੰ ਭਾਈ ਇਹਦੀ ਸੇਵਾ ਸੰਭਾਲ ਕਿਉਂ ਨਹੀਂ ਕਰਦਾ। ਦਾਸ ਨੇ ਇੱਕ ਵਾਰੀ ਪਿੱਛੇ ਬੇਨਤੀ ਕੀਤੀ ਸੀ, ਇਹ ਗੱਲ ਕਹਿਣ ਵਿੱਚ ਸਾਨੂੰ ਕੋਈ ਸੰਕੋਚ ਨਹੀਂ। ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਪਿੰਡਰਾ ਵਾਲੇ ਮਹਾਂਪੁਰਖ ਕਿਸੇ ਸੰਤ ਸਿੱਖ ਦੇ ਘਰ ਗਏ। ਉਹਨਾਂ ਦਾ ਸਮਾਂ ਸੀ ਜੀ, ਉਹ ਬੜਾ ਪ੍ਰਚਾਰ ਕਰਦੇ ਸਨ। ਅੱਜ ਕੱਲ੍ਹ ਉਹ ਗੱਲਾਂ ਨਹੀਂ ਰਹਿ ਗਈਆਂ ਸੰਤਾਂ ਦੇ ਵਿੱਚ ਵੀ। ਉਹ ਤੇ ਇੱਕ ਜਥਾ ਲੈ ਕੇ ਨਗਰਾਂ 'ਚ ਘੁੰਮਦੇ ਰਹਿੰਦੇ ਸਨ, ਤੇ ਕਿਤੇ 10 ਦਿਨ ਤੇ ਕਿਸੇ 15 ਦਿਨ ਕਥਾ ਦਾ ਪ੍ਰਵਾਹ ਚੱਲਣਾ। ਹੋਇਆ ਸੰਗਤ ਜੀ ਇੱਦਾਂ ਕਿ ਮਹਾਂਪੁਰਖ ਬਾਬਾ ਕਰਤਾਰ ਸਿੰਘ ਸਾਹਿਬ ਜੀ ਕਿਸੇ ਸਿੱਖ ਦੇ ਘਰ ਗਏ। ਉਹਨਾਂ ਪ੍ਰਸ਼ਾਦਾ ਪਾਣੀ ਤਿਆਰ ਕੀਤਾ ਤੇ ਬੜੇ ਅਦਬ ਨਾਲ ਆਖਿਆ ਮਹਾਂਪੁਰਸ਼ੋ ਪ੍ਰਸ਼ਾਦਾ ਛਕੋ। ਤੇ ਸੰਤ ਜੀ ਦੀ ਦ੍ਰਿਸ਼ਟੀ ਪੈ ਗਈ ਉਹਨਾਂ ਦੇ ਘਰ ਵਿੱਚ ਪਈਆਂ ਹੋਈਆਂ ਬਾਣੀਆਂ ਦੀਆਂ ਪੋਥੀਆਂ ਤੇ। ਮਹਾਂਪੁਰਖ ਬਾਬਾ ਕਰਤਾਰ ਸਿੰਘ ਨੇ ਵੇਖਿਆ ਕਿ ਬਾਣੀ ਦੀਆਂ ਪੋਥੀਆਂ ਦੇ ਉੱਪਰ ਜਿਹੜਾ ਕੱਪੜਾ ਹੈ ਨਾ, ਇਹ ਬਹੁਤ ਜ਼ਿਆਦਾ ਸਾਫ਼ ਨਹੀਂ ਗਾ, ਗੰਦਾ ਹੋਇਆ ਪਿਆ। ਉਸ ਘਰ ਵਿੱਚੋਂ ਮਹਾਂਪੁਰਖਾਂ ਨੇ ਜਿਹੜੀ ਬੀਬੀ ਬੜਾ ਸ਼ਰਧਾ ਨਾਲ ਪ੍ਰਸ਼ਾਦੇ ਤਿਆਰ ਕਰ ਰਹੀ ਸੀ, ਵੀ ਸ਼ਾਇਦ ਮੇਰੇ ਜਿੰਨੀ ਸ਼ਰਧਾ ਕਿਸੇ 'ਚ ਹੈ ਹੀ ਨਹੀਂ, ਉਹਨੂੰ ਕੋਲ ਸੱਦਿਆ ਤੇ ਮਹਾਂਪੁਰਖਾਂ ਨੇ ਬੜੀ ਅਦਬ ਨਾਲ ਇੱਕ ਗੱਲ ਪੁੱਛੀ। ਆਖਣ ਲੱਗੇ ਭੈਣ ਜੀ ਗੁੱਸਾ ਨਹੀਂ ਕਰਨਾ,
ਪਰ ਮੈਨੂੰ ਕਿਰਪਾ ਕਰਕੇ ਇਹ ਦੱਸ ਕਿ ਆ ਜਿਹੜੇ ਸੂਟ ਪਾਉਣੀ ਹੈ ਕਿੰਨੇ ਕੁ ਚਿਰ ਬਾਅਦ ਨਵਾਂ ਖਰੀਦ ਲੈਣੀ ਹੈ। ਇਹ ਮਹਾਂਪੁਰਖਾਂ ਦੇ ਬਚਨ ਸਨ, ਮੈਂ ਕੋਈ ਐਵੇਂ ਨਹੀਂ ਕਹਿ ਰਿਹਾ। ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਦੀ ਉਹਨਾਂ ਨੇ ਕਿਤਾਬ ਲਿਖੀ ਕਿ ਚਿੱਟਾ ਚੋਲਾ, ਤੁਸੀਂ ਕਦੀ ਉਹਨੂੰ ਪੜ੍ਹ ਕੇ ਵੇਖੋ। ਉਹਨਾਂ ਪੁੱਛਿਆ ਜੀ ਕਿੰਨੇ ਕੁ ਸਮੇਂ ਬਾਅਦ ਲੈਣੀ ਆ ਨਵਾਂ, ਤੇ ਬੜਾ ਹੱਸ ਕੇ ਕਹਿਣ ਲੱਗੇ ਬਾਬਾ ਜੀ 2 ਮਹੀਨਿਆਂ ਬਾਅਦ ਇੱਕ ਸੂਟ ਤੇ ਆਈ ਜਾਂਦੇ। ਇਹ ਹਰ ਥਾਂ ਤੇ ਬੀਬੀਆਂ ਦਾ ਸਿਸਟਮ ਕਿ ਮੈਂ ਇਹਦੇ ਵਿਰੋਧ ਨਹੀਂ ਖੜਾ ਹੋਇਆ, ਤੇ ਕਿਸੇ ਨੇ ਆਪਣਾ ਘਰ ਵੇਖਣਾ ਹੈ ਨਾ, ਸਾਡੀ ਵੱਲੋਂ ਭਾਵੇਂ ਕੋਈ ਰੋਜ਼ ਹੀ ਨਵਾਂ ਲੈ ਲੇ, ਅਸੀਂ ਨਹੀਂ ਕਿਸੇ ਨੂੰ ਕਹਿੰਦੇ, ਪਰ ਉਹਨੇ ਆਖਿਆ ਕਿ ਮਹਾਂਪੁਰਖੋ 2 ਮਹੀਨਿਆਂ ਬਾਅਦ ਨਵਾਂ ਲੈ ਲੈਨੇ ਆ। ਤੇ ਮਹਾਂਪੁਰਖ ਅਗਲਾ ਸਵਾਲ ਕੀਤਾ, ਪੋਥੀਆਂ ਦਾ ਸੁਖਾਸਨ ਬਦਲੇ ਨੂੰ ਕਿੰਨਾ ਚਿਰ ਹੋ ਗਿਆ? ਜਿਸ ਕੱਪੜੇ ਵਿੱਚ ਪੋਥੀਆਂ ਦਾ ਸੁਖਾਸਨ ਕੀਤਾ ਇਹ ਨਵਾਂ ਲਾਏ ਨੂੰ ਕਿੰਨਾ ਚਿਰ ਹੋ ਗਿਆ? ਅੱਖਾਂ ਨੀਵੀਆਂ ਹੋ ਗਈਆਂ। ਮਹਾਂਪੁਰਖੋਂ ਐਂ ਲੱਗਦਾ ਜਿਵੇਂ 2-3 ਵਰੇ ਹੀ ਲੰਘ ਗਏ ਹੋਣ। ਤੇ ਸੰਤਾਂ ਨੇ ਆਖਿਆ ਸੀ ਜਿਸ ਘਰ ਵਿੱਚ ਸਾਰਾ ਧਿਆਨ ਆਪਣੇ ਆਪ ਤੇ ਗਏ, ਬਾਣੀ ਦੀਆਂ ਪੋਥੀਆਂ ਵੱਲ ਨਹੀਂ, ਜਿਹੜਾ ਬਾਣੀ ਦਾ ਸਤਿਕਾਰ ਨਹੀਂ ਕਰ ਸਕਿਆ ਉਹ ਮੇਰਾ ਸਤਿਕਾਰ ਕੀ ਕਰੇਗਾ? ਕਿਉਂਕਿ ਬਾਣੀ ਤੇ ਪਹਿਲੇ ਨੰਬਰ ਤੇ ਹੈ ਨਾ। ਜਿਸ ਨੇ ਬਾਣੀ ਦਾ ਸਤਿਕਾਰ ਨਹੀਂ ਕੀਤਾ ਉਹ ਮੇਰਾ ਵੀ ਨਹੀਂ ਕਰੇਗਾ। ਤੁਸੀਂ ਜਿੰਨਾ ਚਿਰ ਇਸ ਗੁਰਬਾਣੀ ਦੀਆਂ ਪੋਥੀਆਂ ਦਾ ਸੁਖਾਸਨ ਦਾ ਕੱਪੜਾ ਨਹੀਂ ਬਦਲਦੇ, ਇੰਨਾ ਚਿਰ ਮੈਂ ਤੁਹਾਡੇ ਘਰ ਵਿੱਚੋਂ ਪ੍ਰਸ਼ਾਦਾ ਛਕਣ ਵਾਸਤੇ ਤਿਆਰ ਨਹੀਂ। ਸਾਡਾ ਇਤਿਹਾਸ ਕਹਿੰਦਾ ਉਸੇ ਵੇਲੇ ਉਹਨਾਂ ਬਦਲਿਆ ਸੀ। ਇਹ ਕਿ ਇੱਕ ਗੁਰਸਿੱਖ ਦਾ ਜੀਵਨ ਕਿ ਗੁਰਬਾਣੀ ਨੂੰ ਸਮਰਪਿਤ ਹੋਣਾ। ਚਲੋ ਅੱਜ ਇਹ ਗੱਲ ਚੱਲ ਪਈ, ਅਸੀਂ ਪਹਿਲਾਂ ਕਦੀ ਇਦਾਂ ਨਹੀਂ ਇਸ ਵਿਸ਼ੇ ਤੇ ਵਿਚਾਰ ਕੀਤੀ। ਸੰਗਤ ਜੀ ਇਹ ਗੱਲ ਯਾਦ ਰੱਖੋ, ਸ਼ਾਇਦ ਆਪ ਜੀ ਨੂੰ ਯਾਦ ਹੋਣੇ ਕਿ ਗਿਆਨੀ ਪਿੰਦਰਪਾਲ ਸਿੰਘ ਸਾਹਿਬ ਦੀ ਵੀ ਇਹ ਗੱਲ ਇੱਥੋਂ ਸਟੇਜ ਤੋਂ ਕਹਿ ਕੇ ਗਏ, ਰੁਮਾਲਿਆਂ ਦਾ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਕੋਈ ਘਾਟਾ ਨਹੀਂਗਾ। ਵੱਡੇ ਸਥਾਨਾਂ ਤੇ ਸੱਚੀ ਗੱਲ ਇਹ ਪੁੱਛਦੇ ਹੋ ਕਿ ਬਹੁਤ ਜ਼ਿਆਦਾ ਕਮਰੇ ਭਰੇ ਪਏ ਆ, ਤੇ ਪ੍ਰਬੰਧਕਾਂ ਦੀ ਇੱਕ ਮਜਬੂਰੀ, ਜੇ ਹੁਣ ਅਸੀਂ ਬਾਹਰ ਕੱਢ ਕੇ ਸੰਸਕਾਰ ਕਰਦੇ ਆ ਤਾਂ ਵੀ ਲੋਕਾਂ ਵੀਡੀਓ ਬਣਾ ਕੇ ਕਹਿਣਾ ਵੀ ਬਾਬਿਆਂ ਰੁਮਾਲੇ ਸਾੜ ਦਿੱਤੇ। ਜੇ ਅਸੀਂ ਕਿਸੇ ਦੁਕਾਨ ਤੇ ਉਹਨਾਂ ਨੂੰ ਵੇਚਦੇ ਆ ਫਿਰ ਕੋਈ ਨਾ ਕਮਾਈ ਕਰਦੇ ਆ ਜੀ। ਜੇ ਉਹ ਇੱਕੇ ਕਮਰੇ 'ਚ ਪਏ ਖਰਾਬ ਹੋ ਜਾਂਦੇ ਫਿਰ ਅਸੀਂ ਕਹਿਣਾ ਸਾਂਭਦੇ ਨਹੀਂ। ਤੁਸੀਂ ਜਾ ਕੇ ਵੇਖੋ ਸੰਗਤ ਜੀ, ਵੱਡੇ ਗੁਰਦੁਆਰਿਆਂ 'ਚ ਮੈਂ ਵੇਖਿਆ ਕਿ 5-5 6-6 ਸਟੋਰ ਕੱਲੇ ਰੁਮਾਲਿਆਂ ਨਾਲ ਹੀ ਭਰੇ ਪਏ ਆ, ਬਹੁਤ। ਪਰ ਤੁਸੀਂ ਕਦੀ ਇਹ ਨਹੀਂ ਵੇਖਿਆ ਨਾ ਕਿਸੇ ਸਿੱਖ ਨੇ ਕਿਹਾ ਹੋਵੇ ਵੀ ਸੁਖਾਸਨ ਵਾਲਾ ਕੱਪੜਾ ਹੀ ਮੈਂ ਚੜਾ ਦਿਆਂ। ਰੁਮਾਲੇ ਇੰਨੇ ਜ਼ਿਆਦੇ ਨੇ, ਸਾਂਭਣ ਵਾਸਤੇ ਜਗ੍ਹਾ ਨਹੀਂ, ਤੇ ਪਿੰਡਾਂ ਥਾਵਾਂ ਤੇ ਗੁਰਦੁਆਰਿਆਂ ਵਿੱਚ ਸੁਖਾਸਨ ਵਾਲਾ ਕੱਪੜਾ ਬਿਲਕੁਲ ਗਲਿਆ ਹੁੰਦਾ ਹੈ। ਜਿਹੜਾ ਕੱਪੜਾ ਪੀੜਾ ਸਾਹਿਬ ਤੇ ਮਹਾਰਾਜ ਦੇ ਥੱਲੇ ਵਿਛਾਉਣਾ ਕਿ ਉਹਦਾ ਕੋਈ ਹਾਲ ਨਹੀਂ ਹੁੰਦਾ। ਜਿਹੜੇ ਗੱਦੇ ਹੁੰਦੇ ਨੇ ਉਹਨਾਂ ਤੇ ਬਦਲਣ ਵਾਸਤੇ ਸ਼ਾਟ ਹੀ ਨਹੀਂ ਹੁੰਦੇ, ਉਸ ਜਗ੍ਹਾ ਤੇ ਥੱਲੇ ਵਿਛਾਉਣ ਵਾਸਤੇ ਚਾਦਰ ਹੀ ਨਹੀਂ ਲੱਭਦੀ। ਅਸੀਂ ਇਹ ਨਹੀਂ ਕਹਿੰਦੇ, ਪਰ ਅਸੀਂ ਇਹ ਗੱਲ ਕਹਿੰਦੇ ਆ ਕਿ ਸੰਗਤ ਦੀ ਆਪਦੀ ਬੜੀ ਵੱਡੀ ਤਾਦਾਦ ਵਿੱਚ ਬੇਨਤੀ ਸੁਣ ਰਹੀ, ਉਹਨਾਂ ਚੀਜ਼ਾਂ ਦਾ ਧਿਆਨ ਰੱਖੋ। ਅਸੀਂ ਪਹਿਲਾਂ ਜਾ ਕੇ ਪਤਾ ਕਰ ਲਈਏ ਨਾ ਵੀ ਜਿਹੜੀ ਚੀਜ਼ ਚਾਹੀਦੀ ਉਹ ਤੇ ਸੁਖਾਸਨ ਚਾਹੀਦਾ ਤੇ ਉਹ ਕੱਪੜਾ ਲੈ ਜਾਈਏ। ਉਹ ਵੀ ਇੱਕ ਰੁਮਾਲਾ ਸਾਹਿਬ ਹੀ ਹੈ, ਗੁਰੂ ਸਾਹਿਬ ਦੀ ਸੇਵਾ ਤੇ ਹਾਜ਼ਰ ਹੋਣਾ ਹੈ। ਕਈਆਂ ਗੁਰਦੁਆਰਿਆਂ ਸਾਹਿਬ ਵਿੱਚ ਸੰਗਤ ਦੀ ਚੌਰ ਸਾਹਿਬ ਬਹੁਤ ਬਿਰਧ ਹੋ ਗਏ ਆ, ਇਹੋ ਜਿਹੀ ਹਾਲਤ ਬਣੀ ਪਈ ਕਿ ਇਹਨਾਂ ਸਾਰੀਆਂ ਚੀਜ਼ਾਂ ਵੱਲ ਧਿਆਨ ਦੇਣ ਦੀ ਲੋੜ ਕਿ ਇਹ ਦਾਸ ਨੇ ਤਾਂ ਬੇਨਤੀਆਂ ਕੀਤੀਆਂ ਕਿ ਸੰਗਤ ਵੱਲੋਂ ਪ੍ਰਬੰਧ ਵੱਲੋਂ ਦਾਸ ਨੂੰ ਵਾਰ-ਵਾਰ ਹੁਕਮ ਹੋਇਆ ਵੀ ਐਸੀ ਵਿਚਾਰ ਵੀ ਹੋਣੀ ਚਾਹੀਦੀ ਹੈ। ਇਸ ਕਰਕੇ ਇਹ ਆਪਾਂ ਇਕੱਲਾ ਇੱਥੇ ਨਹੀਂ, ਸਭ ਥਾਵਾਂ ਤੇ ਧਿਆਨ ਰੱਖਣਾ ਕਿ ਜਿਹੜੀ ਵਸਤੂ ਚਾਹੀਦੀ ਕਿ ਯਤਨ ਕਰੀਏ ਉਹ ਵਸਤੂ ਭੇਟਾ ਕਰੀ ਜਾਏ। ਜਿਵੇਂ ਅਸੀਂ ਲੰਗਰ ਦੀਆਂ ਵਸਤੂਆਂ ਭੇਟਾ ਕਰਦੇ ਆ ਨਾ, ਉਹਨਾਂ ਦੀ ਕੋਈ ਗੱਲ ਨਹੀਂ, ਕਿਉਂਕਿ ਲੰਗਰ ਰੋਜ਼ ਚੱਲਦੇ ਆ ਤੇ ਉਹ ਰੋਜ਼ਾਨਾ ਬਣਦੀਆਂ ਰਹਿੰਦੀਆਂ। ਪਰ ਬਹੁਤਾਤ ਗਿਣਤੀ ਵਿੱਚ ਰੁਮਾਲੇ ਸਾਹਿਬਾਨ ਜਿਹੜੇ ਨੇ ਇਹਨੇ ਸਟੋਰ ਕੀਤੇ ਨੇ। ਹੁਣ ਵਿਚਾਰੇ ਪ੍ਰਬੰਧਕ ਵੀ ਡਰਦੇ ਵੀ ਇਹਨਾਂ ਦਾ ਕੀ ਕਰੀਏ, ਕਿੱਧਰ ਖੜੀਏ ਇਹਨਾਂ ਨੂੰ। ਇਸ ਕਰਕੇ ਬੇਨਤੀ ਕਿ ਸੁਖਾਸਨ ਵਾਲੇ ਕੱਪੜੇ ਚੌਰ ਸਾਹਿਬ ਕਿਸੇ ਗੁਰਦੁਆਰਾ ਸਾਹਿਬ ਪਿੰਡਾਂ ਤਾਂ ਇੱਥੇ ਤੇ ਚਲੋ ਕਿਰਪਾ ਹੈ, ਪਿੰਡਾਂ ਥਾਵਾਂ ਤੇ ਕਿਸੇ ਪੀੜਾ ਸਾਹਿਬ ਚਾਹੀਦਾ ਹੋਵੇ, ਗੁਟਕਾ ਸਾਹਿਬ ਚਾਹੀਦਾ ਹੋਵੇ, ਐਸੀਆਂ ਚੀਜ਼ਾਂ ਉਹਨਾਂ ਗੁਰਦੁਆਰਿਆਂ ਵਿੱਚ ਸਾਨੂੰ ਭੇਟਾ ਕਰਨੀਆਂ ਚਾਹੀਦੀਆਂ। ਭਾਈ ਸਾਹਿਬ ਜੀ ਨੇ ਪਿਆਰਾ ਬਚਨ ਲਿਖਿਆ ਕਿ ਸਿੱਖਾਂ ਦਾ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਬਹੁਤਾ ਪਿਆਰ ਗਏ। ਇਸ ਕਰਕੇ ਕਹਿੰਦੇ ਚਿੰਤਾ ਅਦਕ ਸਬਨ ਕੇ ਗੋਏ, ਖੋਜਣ ਲੱਗੇ ਖੇਤ ਸਭ ਕੋਈ। ਸਭਨਾ ਗੁਰਸਿੱਖਾਂ ਦੇ ਹਿਰਦੇ ਅੰਦਰ ਸੰਗਤ ਦੇ ਬਹੁਤ ਜ਼ਿਆਦਾ ਚਿੰਤਾ ਪੈਦਾ ਹੋ ਗਈ ਆ, ਤੇ ਸਾਰੇ ਦੇ ਸਾਰੇ ਸਿੱਖ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਉਸ ਜਗ੍ਹਾ ਤੇ ਖੋਜ ਕਰਨ ਲੱਗੇ ਕੰਨ ਜੀ। ਹੁਣ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਰੇ ਸਿੱਖ ਘੋੜਿਆਂ ਤੇ ਚੜ ਕੇ ਇਧਰ ਉਧਰ ਵਿਚਰਦੇ ਪਏ ਸਨ।
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਾਰੇ ਸਿੱਖ ਘੋੜਿਆਂ ਤੇ ਚੜ ਕੇ ਇੱਧਰ ਉੱਧਰ ਆਪਣੇ ਘੋੜਿਆਂ ਨੂੰ ਘੁਮਾ ਰਹੇ ਗਨ। ਕਹਾ ਗੁਰੂ ਜੀ ਕਰਤ ਪਕਾਰ। ਤੇ ਸਿੱਖਾਂ ਦੇ ਅੰਦਰ ਇੰਨੀ ਵਿਆਕੁਲਤਾ ਵੱਧ ਗਈ ਕਿ ਸਿੱਖ ਹਨੇਰੇ ਚੋਂ ਉੱਚੀ ਉੱਚੀ ਆਵਾਜ਼ਾਂ ਮਾਰਨ ਲੱਗ ਪਏ, ਗੁਰੂ ਸਾਹਿਬ ਜੀ ਤੁਸੀਂ ਕਿੱਥੇ ਹੋ? ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਤੁਸੀਂ ਕਿੱਧਰ ਚਲੇ ਗਏ ਹੋ? ਸਿੱਖ ਹਨੇਰੇ ਵਿੱਚ ਬੜੇ ਉੱਚੇ ਉੱਚੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਆਵਾਜ਼ਾਂ ਮਾਰਨ ਲੱਗ ਪਏ ਗਨ ਜੀ। ਮਨ ਸੰਦੇਹ ਵਧੇਰਾ। ਸਭਨਾ ਗੁਰਸਿੱਖਾਂ ਦੇ ਹਿਰਦੇ ਦੇ ਅੰਦਰ ਸੰਗਤ ਦੇ ਬਹੁਤ ਜ਼ਿਆਦਾ ਇਹਦਾ ਕਹਿ ਲਈਏ ਭਰਮ ਜਿਹੜਾ ਕਿ ਉਹ ਵੱਧ ਗਿਆ ਕਿ ਸਭਨਾ ਗੁਰਸਿੱਖਾਂ ਦੇ ਹਿਰਦੇ ਦੇ ਅੰਦਰ ਚਿੰਤਾ ਵਿੱਚ ਵਾਧਾ ਹੋ ਗਿਆ ਕਿ ਜੀ, ਕਿਉਂਕਿ ਸਿੱਖ ਜਿਹੜੇ ਸਨ ਉਹਨਾਂ ਦੇ ਅੰਦਰ ਇੱਕੋ ਹੀ ਚਿੰਤਾ ਸੀ ਵੀ ਇਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਦੀ ਨਜ਼ਰ ਕਿਉਂ ਨਹੀਂ ਆਉਂਦੇ ਪਏ, ਇਸ ਵੇਲੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਸਾਨੂੰ ਦਿਸਦੇ ਕਿਉਂ ਨਹੀਂ ਪਏ ਜੀ। ਭਾਈ ਸਾਹਿਬ ਜੀ ਕਹਿੰਦੇ ਉੱਤੇ ਲਾਸ਼ਾਂ ਤੇ ਲਾਸ਼ਾਂ ਚੜੀਆਂ ਹੋਈਆਂ ਸਨ। ਸਿੱਖਾਂ ਦਾ ਅੰਦਰ ਇੰਨਾ ਡਰ ਗਿਆ ਕਿ ਸਿੱਖ ਜਿਹੜੇ ਸਾਨੂੰ ਲਾਸ਼ਾਂ ਵੀ ਕਈਆਂ ਫਰੋਲੀਆਂ ਜੀ ਉਹਨਾਂ ਨੇ। ਇਹ ਗੁਰਸਿੱਖ ਦਾ ਇੱਕ ਹਿਰਦਾ ਕਿ ਵੀ ਸਿੱਖ ਗੁਰੂ ਨਾਲ ਕਿੰਨਾ ਕੋ ਪਿਆਰ ਕਰਦਾ ਹੈ। ਸਿੱਖ ਜਿਹੜੇ ਨੇ ਜਿਸ ਜਗ੍ਹਾ ਤੇ ਬਹੁਤਾ ਢੇਰ ਲੱਗਾ ਕਿ ਕਿਸੇ ਲਾਸ਼ਾਂ ਦਾ, ਉਸ ਜਗ੍ਹਾ ਦੇ ਉੱਪਰ ਮਹਾਰਾਜ ਜੀ ਦੇ ਸਿੱਖਾਂ ਨੇ ਲਾਸ਼ਾਂ ਵੀ ਪੁੱਲਣਾ ਕੀਤੀਆਂ ਕਰਨ ਜੀ। ਇਸ ਕਰਕੇ ਕਵੀ ਜੀ ਕਹਿੰਦੇ ਉਸ ਜਗ੍ਹਾ ਤੇ ਸੰਗਤ ਦੀ ਬਹੁਤ ਜ਼ਿਆਦਾ ਸਰੀਰਾਂ ਵਿੱਚੋਂ ਨਿਕਲ ਕੇ ਖੂਨ ਡੁੱਲਾ ਹੋਇਆ ਕਿ ਗੁਰਸਿੱਖ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਲੱਭਦੇ ਪਏ ਆ ਤੇ ਤੁਰਦਿਆਂ ਫਿਰਦਿਆਂ ਉਹਨਾਂ ਦੇ ਪੈਰ ਵੀ ਤਿਲਕਦੇ ਪਏ ਆ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਿੱਖਾਂ ਦੇ ਪੈਰ ਵੀ ਤਿਲਕਦੇ ਪਏ ਗਨ ਜੀ। ਸਾਰੇ ਪਾਸੇ ਬੜਾ ਭਿਆਨਕ ਜੰਗ ਹੋਇਆ ਸੀ, ਇਸ ਕਰਕੇ ਸੰਗਤ ਦੇ ਉਸ ਜੰਗ ਦਾ ਕਰਕੇ ਖੂਨ ਡੁੱਲ ਕੇ ਬੜਾ ਭਿਆਨਕ ਰੂਪ ਧਾਰਨ ਕਰ ਚੁੱਕੀ ਕਿ ਧਰਤੀ। ਉਸ ਜਗ੍ਹਾ ਦੇ ਉੱਪਰ ਇਸ ਧਰਤੀ ਨੇ ਸੰਗਤ ਦੇ ਬੜਾ ਹੀ ਜ਼ਿਆਦਾ ਭਿਆਨਕ ਰੂਪ ਧਾਰਨ ਕੀਤਾ ਗਿਆ ਜੀ। ਕਹਿੰਦੇ ਨੇ ਹਜ਼ਾਰਾਂ ਦੀ ਤਾਦਾਦ ਵਿੱਚ ਉਸ ਜਗ੍ਹਾ ਤੇ ਸੂਰਮਿਆਂ ਦੀਆਂ ਲਾਸ਼ਾਂ ਪਈਆਂ ਸਨ। 14,000 ਤੇ ਇਕੱਲਾ ਦੁਸ਼ਮਣ ਦੀ ਫੌਜ ਦਾ ਬੰਦਾ ਹੀ ਉੱਥੇ ਮਰਿਆ। ਇਸ ਕਰਕੇ ਸੰਗਤ ਦੀ ਹਜ਼ਾਰਾਂ ਦੀ ਤਾਦਾਦ ਵਿੱਚ ਉਸ ਮੈਦਾਨੇ ਜੰਗ ਵਿੱਚ ਸੰਗਤ ਦੀ ਲਾਸ਼ਾਂ ਧਰਤੀ ਤੇ ਡਿੱਗੀਆਂ ਪਈਆਂ ਗਨ ਜੀ। ਤੇ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਸਿੱਖਾਂ ਦੀਆਂ ਲਾਸ਼ਾਂ ਵੀ ਵਿੱਚੇ ਰਲੀਆਂ ਪਈਆਂ। ਐਸਾ ਤੇ ਨਹੀਂ ਵੀ ਜੰਗ ਵਿੱਚ ਹੁਣ ਸੂਰਮਾ ਕਹੇਗਾ ਵੀ ਤੇ ਤੁਰਕ ਡੱਗਾ ਮੈਂ ਨਹੀਂ ਡਿੱਗਣਾ, ਉਹ ਤੇ ਜਿੱਥੇ ਡਿੱਗ ਪਿਆ ਕੋਈ ਡਿੱਗ ਪਿਆ। ਇਸ ਕਰਕੇ ਕਵੀ ਜੀ ਕਹਿੰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿੱਖਾਂ ਦੀਆਂ ਲਾਸ਼ਾਂ ਸੰਗਤ ਦੀ ਤੁਰਕ ਦੀਆਂ ਲਾਸ਼ਾਂ ਦੇ ਵਿੱਚ ਹੀ ਰਲੀਆਂ ਪਈਆਂ ਗਨ ਦੀ। ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਲੱਭਦਿਆਂ ਸਿੱਖ ਜਿਹੜੇ ਸਨ ਉਹ ਇੱਧਰ ਉੱਧਰ ਵਿਚਰਦੇ ਪਏ ਆ, ਇੱਧਰ ਉੱਧਰ ਘੁੰਮਦੇ ਪਏ ਨੇ। ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸਿੱਖ ਵੇਖਦੇ ਪਏ ਗਨ ਜੀ। ਹੁਣ ਕਹਿੰਦੇ ਨੇ ਇਹਨਾਂ ਗੁਰਸਿੱਖਾਂ ਦੇ ਨਾਲ ਉਹਨਾਂ ਮਸ਼ਾਲਚੀਆਂ ਨੇ ਵੀ ਚਾਨਣ ਕੀਤਾ ਹੋਇਆ। ਸਿੱਖਾਂ ਨੇ ਮਸਾਲਾ ਜਗਾ ਕੇ ਉਸ ਜਗ੍ਹਾ ਤੇ ਚਾਨਣ ਕੀਤਾ ਹੋਇਆ ਗਏ ਜੀ। ਇਸ ਢੰਗ ਦੇ ਨਾਲ ਬਹੁਤ ਜ਼ਿਆਦਾ ਚਿੰਤਾ ਵਿੱਚ ਖੋਏ ਹੋਏ ਸਿੱਖ ਮਹਾਰਾਜ ਸਾਹਿਬ ਜੀ ਨੂੰ ਲੱਭਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤੱਕ ਚਲੇ ਗਏ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਤੱਕ ਪਹੁੰਚ ਗਏ ਗਨ ਦੀ। ਤੇ ਉਹਨਾਂ ਨੇ ਜਾ ਕੇ ਕੀ ਵੇਖਿਆ ਕਿ ਅਬਦੁਲ ਖਾਨ ਦੀ ਲਾਸ਼ ਵੀ ਲਾਗੇ ਪਈ ਹੈ, ਕਰਮ ਚੰਦ ਦੀ ਲਾਸ਼ ਲਾਗੇ ਪਈ ਹੈ, ਰਤਨ ਚੰਦ ਦੀ ਲਾਸ਼ ਲਾਗੇ ਪਈ ਹੈ। ਇਹਨਾਂ ਤਿੰਨਾਂ ਦੀਆਂ ਲਾਸ਼ਾਂ ਤਿੰਨੇ ਪਾਸੇ ਰੱਖ ਕੇ ਤੇ ਇਹਨਾਂ ਦੇ ਵਿੱਚ ਮਹਾਰਾਜ ਜੀ ਆਪ ਖਲੋਤੇ ਹੋਏ ਆ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਇਹਨਾਂ ਦੇ ਵਿੱਚ ਖਲੋਤੇ ਗਨ ਜੀ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਜਾ ਕੇ ਸਿੱਖਾਂ ਨੇ ਕੀ ਵੇਖਿਆ ਕਿ ਬਹੁਤ ਸਾਰੇ ਹੋਰਨਾਂ ਸਿਪਾਹੀਆਂ ਦੀਆਂ ਲਾਸ਼ਾਂ ਵੀ ਇੱਥੇ ਪਈਆਂ। ਬਹੁਤ ਸਾਰੇ ਗੁਰ ਤੁਰਕ ਦੇ ਸਿਪਾਹੀ ਜਿਹੜੇ ਮਾਰੇ ਗਏ ਸਨ, ਉਹਨਾਂ ਬੰਦਿਆਂ ਦੇ ਸਰੀਰ ਵੀ ਇਸੇ ਜਗ੍ਹਾ ਤੇ ਡਿੱਗੇ ਪਏ ਗਨ ਜੀ। ਭਾਈ ਸਾਹਿਬ ਜੀ ਦਾ ਪਿਆਰਾ ਵਤਨ ਕੇ ਗੁਰਸਿੱਖਾਂ ਨੇ ਕੀ ਵੇਖਿਆ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘੋੜੇ ਨੂੰ ਬਹੁਤ ਜ਼ਿਆਦਾ ਜ਼ਖਮ ਲੱਗੇ, ਤੀਰ ਕਿਰਪਾਨਾਂ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਘੋੜੇ ਨੂੰ ਬਹੁਤ ਜ਼ਿਆਦਾ ਜ਼ਖਮ ਲੱਗੇ ਹੋਏ ਹਨ ਜੀ। ਇਹਨਾਂ ਗੁਰਸਿੱਖਾਂ ਨੇ ਕੀ ਵੇਖਿਆ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਘੋੜਾ ਵੀ ਸ਼ਹੀਦ ਹੋ ਕੇ ਉਸ ਰਣ ਖੇਤਰ ਵਿੱਚ ਡਿੱਗਾ ਹੋਇਆ।
ਮਹਾਰਾਜ ਸੱਚੇ ਪਾਤਸ਼ਾਹ ਦਾ ਘੋੜਾ ਜਿਹੜਾ ਕਿ ਸੰਗਤ ਦੇ ਉਹ ਸ਼ਹੀਦ ਹੋ ਕੇ ਉੱਥੇ ਡੱਗਾ ਪਿਆ ਗਏ ਦੀ। ਅਕਾਕੀ ਵੀਰ ਤੇ ਬਤਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਜਿਨ੍ਹਾਂ ਦੇ ਮੁਕਾਬਲੇ ਦਾ ਸੂਰਬੀਰ ਦੁਨੀਆ 'ਚ ਹੀ ਨਹੀਂ ਪੈਦਾ ਹੋਇਆ, ਐਸੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਇਕੱਲੇ ਹੀ ਉੱਥੇ ਖਲੋਤੇ ਹੋਏ ਜੀ। ਮਹਾਰਾਜ ਸੱਚੇ ਪਾਤਸ਼ਾਹ ਜੀ ਇਕੱਲੇ ਉਸ ਜਗ੍ਹਾ ਤੇ ਖੜੇ ਗਨ ਦੀ। ਲੋਕਨ ਗੁਰ ਜਿਸ ਕਾ ਕਹਿੰਦੇ ਨੇ ਜਿਸ ਵੇਲੇ ਗੁਰਸਿੱਖਾਂ ਨੇ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਵੇਖਿਆ ਨਾ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਦੀਦਾਰ ਜਦੋਂ ਇਹਨਾਂ ਗੁਰਸਿੱਖਾਂ ਨੇ ਜਾ ਕੇ ਕੀਤਾ ਕਿ ਜੀ, ਭੈ ਪਰ ਫੁਲੀਅਤ ਪਾਹਿਨ ਪਰੇ। ਕਹਿੰਦੇ ਸਾਰੇ ਦੇ ਸਾਰੇ ਗੁਰਸਿੱਖਾਂ ਦਾ ਕਿਰਦਾ ਆਨੰਦਿਤ ਹੋ ਗਿਆ, ਖੁਸ਼ ਹੋ ਗਏ ਸਿੱਖ ਵੀ ਮਹਾਰਾਜ ਸਾਹਿਬ ਜੀ ਸਾਨੂੰ ਮਿਲ ਪਏ ਆ। ਇਸ ਕਰਕੇ ਸੰਗਤ ਦੀ ਸਾਰੇ ਸਿੱਖ ਜਿਹੜੇ ਸਾਨੂੰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਤੇ ਨਮਸਕਾਰ ਕਰਨ ਲੱਗੇ ਗਨ। ਫਿਰ ਸਭ ਧੀਰ ਤੇ ਸਾਰਿਆਂ ਨੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਤੇ ਦੀਦਾਰ ਕਰਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਿਲ ਕੇ ਧਰਵਾਸ ਧਾਰਨ ਕੀਤੀ ਗਈ। ਸਭਨਾ ਗੁਰਸਿੱਖਾਂ ਦੇ ਗਿਰਦੇ ਦੇ ਅੰਦਰ ਸੰਗਤ ਦੇ ਧੀਰਜ ਪੈਦਾ ਹੋ ਗਏ ਦੀ। ਚੰਦ ਕਰ ਜੋਰ ਬਖਾਨਾ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਹੱਥ ਜੋੜੇ ਤੇ ਬੇਨਤੀ ਕਰਨ ਲੱਗੇ। ਹੱਥ ਜੋੜ ਕੇ ਬਾਬਾ ਬਿਧੀ ਚੰਦ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਚਰਨਾਂ ਤੇ ਬੇਨਤੀ ਕਰਨ ਲੱਗੇ ਗਨ ਦੀ। ਰਹੇ ਪ੍ਰਭੂ ਰਣ ਠਾਨਾ। ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਤੁਸੀਂ ਇਸ ਜਗ੍ਹਾ ਤੇ ਕਿਵੇਂ ਇਕੱਲੇ ਬੈਠੇ ਹੋ, ਖਲੋਤੇ ਹੋ ਜਾਂ ਸ਼ਬਦ ਕਹਿ ਲਓ, ਪਿਆਰ ਸਹਿਤ ਬੇਨਤੀ ਕਰ ਰਹੇ, ਗੁੱਸੇ ਨਾਲ ਨਹੀਂ। ਕਿਉਂਕਿ ਸਿੱਖ ਕਦੇ ਗੁਰੂ ਸਾਹਮਣੇ ਗੁੱਸੇ ਨਾਲ ਨਹੀਂ ਬੋਲਦਾ ਤੇ ਗੁਰੂ ਨੂੰ ਤੇ ਗੁੱਸਾ ਆਉਂਦਾ ਹੀ ਨਹੀਂ। ਅਸੀਂ ਬਹੁਤ ਵਾਰ ਸੰਗਤ ਦੇ ਪਿੱਛੇ ਬੇਨਤੀ ਕਰਦੇ ਰਹੇ ਹਾਂ, ਤੁਸੀਂ ਅੱਜ ਵੀ ਯਾਦ ਰੱਖ ਲਓ। ਤੁਹਾਨੂੰ ਇਹ ਗੱਲਾਂ ਕਹਿ ਕੇ ਡਰਾਇਆ ਜਾਂਦਾ ਹੈ ਵੀ ਗੁਰੂ ਸ਼ਰਾਬ ਦੇ ਦੇਗਾ, ਪਰ ਗੁਰੂ ਕਦੇ ਸ਼ਰਾਬ ਨਹੀਂ ਦਿੰਦਾ। ਸ਼ਰਾਬ ਹਮੇਸ਼ਾ ਗੁੱਸੇ ਚੋਂ ਨਿਕਲਦਾ ਹੈ। ਸ਼ਰਾਬ ਤੇ ਮਹਾਰਾਜ ਨੇ ਬਲੀ ਕੰਧਾਰੇ ਨੂੰ ਨਹੀਂ ਦਿੱਤਾ, ਜਿਹੜਾ ਪੱਥਰ ਹੀ ਰੇੜ ਦਿੱਤਾ ਉਹਨੇ ਉਤੋਂ ਦਿੱਤਾ ਹੀ ਕਿਤੇ ਸ਼ਰਾਬ ਉਹਨੂੰ ਮਹਾਰਾਜ ਨੇ। ਸ਼ਰਾਬ ਤਾਂ ਗੁਰੂ ਹਰਗੋਬਿੰਦ ਸਾਹਿਬ ਗੁਰੂ ਨਾਨਕ ਸਾਹਿਬ ਜੀ ਨੇ ਕੌਡੇ ਰਾਖਸ਼ ਨੂੰ ਨੇ ਦਿੱਤਾ। ਤੁਸੀਂ ਕਹਿ ਸਕਦੇ ਹੋ ਕਿ ਭਾਈ ਮਰਦਾਨੇ ਤੋਂ ਵੱਧ ਪਿਆਰ ਵੀ ਕੋਈ ਬਾਬੇ ਨੂੰ ਕਰ ਸਕਦਾ ਹੈ। ਭਾਈ ਮਰਦਾਨਾ ਸਭ ਤੋਂ ਵੱਧ ਕੋਈ ਪਿਆਰ ਕਰੇਗਾ ਗੁਰੂ ਨਾਨਕ ਨੂੰ। ਸੰਗਤ ਦੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਐਸਾ ਪਿਆਰੇ ਸਿੱਖ ਨੂੰ ਜਦੋਂ ਕੌਡਾ ਉਸ ਜਗ੍ਹਾ ਉੱਪਰ ਤੇਲ ਵਿੱਚ ਤਲ ਦੇਣ ਲੱਗਾ ਸੀ, ਬਾਬੇ ਨੇ ਸ਼ਰਾਬ ਤੇ ਕੌਡੇ ਰਾਖਸ਼ ਨੂੰ ਨਹੀਂ ਦਿੱਤਾ। ਨੂਰ ਸ਼ਾਹ ਜਾਦੂਗਰ ਨੂੰ ਕਦੇ ਸ਼ਰਾਬ ਦਿੱਤਾ ਹੀ ਗੁਰੂ ਨਾਨਕ ਸਾਹਿਬ ਜੀ ਨੇ, ਜਿਹਨੇ ਭਾਈ ਮਰਦਾਨੇ ਦਾ ਰੂਪ ਹੀ ਬਟਾ ਦਿੱਤਾ ਹੈ। ਸਿੱਧਾ ਨੂੰ ਕਿਤੇ ਮਹਾਰਾਜ ਸਾਹਿਬ ਜੀ ਨੇ ਸ਼ਰਾਬ ਦਿੱਤੇ, ਜਿਹੜੇ ਸੱਚੇ ਪਾਤਸ਼ਾਹ ਨਾਲ ਬੜਾ ਲੰਬਾ ਸਮਾਂ ਅੜਦੇ ਰਹੇ। ਤੁਸੀਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਤੱਕ ਦਾ ਜੀਵਨ ਪੜ੍ਹ ਲਓ, ਤੁਹਾਨੂੰ ਇੱਕ ਵੀ ਜਗ੍ਹਾ ਤੋਂ ਇਹ ਗੱਲ ਨਹੀਂ ਮਿਲੇਗੀ ਕਿ ਗੁਰੂ ਨੇ ਇਹਨੂੰ ਸ਼ਰਾਬ ਦਿੱਤਾ ਕਿ ਮਹਾਰਾਜ ਸੱਚੇ ਪਾਤਸ਼ਾਹ ਨੇ ਕਦੇ ਕਿਸੇ ਨੂੰ ਸ਼ਰਾਬ ਨਹੀਂ ਦਿੱਤਾ। ਹਾਂ, ਸਹਿਜ ਸੁਭਾਅ ਗੁਰੂ ਦੀ ਰਸਨਾ ਚੋਂ ਕਦੇ ਕਦਾਂ ਕੋਈ ਗੱਲ ਜ਼ਰੂਰ ਨਿਕਲ ਜਾਂਦੀ, ਪਰ ਉਹਨੂੰ ਸ਼ਰਾਬ ਨਹੀਂ ਕਿਹਾ ਜਾ ਸਕਦਾ। ਸ਼ਰਾਬ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਮੂਲੇ ਨੂੰ ਨਹੀਂ ਸੀ ਦਿੱਤਾ। ਜਦੋਂ ਲੁਕ ਗਿਆ ਘਰੇ, ਮਹਾਰਾਜ ਨੇ ਤੇ ਉਹਨੂੰ ਵੀ ਆਖਿਆ ਸੀ ਮੈਂ 10ਵੇਂ ਜਾਮੇ 'ਚ ਇਹਦਾ ਉਧਾਰ ਹੀ ਕਰ ਦਿਆਂਗਾ। ਮਹਾਰਾਜ ਸਾਹਿਬ ਨੇ ਨਹੀਂ ਦਿੱਤਾ। ਦਸ਼ਮੇਸ਼ ਪਿਤਾ ਜੀ ਨੇ ਅਨੰਦਪੁਰ ਸਾਹਿਬ ਦੇ ਧਰਤੀ ਤੇ ਕੇਸਗੜ੍ਹ ਵਾਲੇ ਅਸਥਾਨ ਤੇ ਕਿਰਪਾਨ ਕੱਢ ਕੇ ਜਦੋਂ ਸੀਸ ਮੰਗਿਆ ਤੇ ਆਪਾਂ ਜਾਣਦੇ ਹਾਂ ਕਈ ਮੇਰੇ ਵਰਗੇ ਸਿੱਖ, ਤੁਸੀਂ ਤੇ ਮਾਨ ਹੋ, ਕੱਚੇ ਪਿੱਲੇ ਮੇਰੇ ਵਰਗੇ ਜਿਹੜੇ ਸਾਨੂੰ ਖਿਸਕ ਗਏ ਸਨ, ਪਰ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਤੇ ਸ਼ਰਾਬ ਦਿੱਤਾ ਹੀ ਉਹਨਾਂ ਨੂੰ। ਦੁਨੀ ਚੰਦ ਦਾ ਆਪਾਂ ਪੜ੍ਹ ਲਈਏ, ਸਾਰੀ ਜ਼ਿੰਦਗੀ ਗੁਰੂ ਘਰ ਤੋਂ ਪ੍ਰਸ਼ਾਦਾ ਛਕਦਾ ਰਿਹਾ। ਜਦੋਂ ਮਹਾਰਾਜ ਨੇ ਆਖਿਆ ਹਾਥੀ ਨਾਲ ਲੜੇਗਾ, ਉਹ ਰਾਤੋਂ ਰਾਤ ਚਲਿਆ ਗਿਆ ਤੇ ਕਿਤੇ ਸ਼ਰਾਬ ਦਿੱਤਾ ਹੀ ਮਹਾਰਾਜ ਨੇ। ਐਸੀ ਗੱਲ ਅਸੀਂ ਕਿੰਨੀਆਂ ਉਦਾਹਰਨਾਂ ਦੇ ਸਕਦੇ ਹਾਂ। ਗੁਰੂ ਕਦੇ ਸ਼ਰਾਬ ਨਹੀਂ ਦਿੰਦਾ, ਸ਼ਰਾਬ ਗੁੱਸੇ ਚੋਂ ਨਿਕਲਦਾ ਹੈ ਤੇ ਮਹਾਰਾਜ ਨੇ ਆਖਿਆ ਮੇਰੇ ਗੁਰੂ ਨੂੰ ਗੁੱਸਾ ਆਉਂਦਾ ਹੀ ਨਹੀਂਗਾ। ਮਹਾਰਾਜ ਸਾਹਿਬ ਨੇ ਆਖਿਆ ਕਦੀ ਨਹੀਂ ਆਉਂਦਾ। ਗੁਰੂ ਸਾਹਿਬ ਜਿਹੜੇ ਨੇ ਉਹ ਕਦੇ ਕਿਸੇ ਨੂੰ ਸ਼ਰਾਬ ਨਹੀਂ ਦਿੰਦੇ, ਬਸ ਇਹ ਸਾਨੂੰ ਡਰਾਇਆ ਜਾਂਦਾ ਹੈ ਕਿਸੇ ਹੋਰ ਕਾਰਨ ਦਾ ਕਰਕੇ। ਹੁਣ ਮੈਂ ਉਹ ਇੱਥੋਂ ਨਹੀਂ ਕਹਿਣਾ। ਭਾਈ ਸਾਹਿਬ ਦਾ ਬੜਾ ਪਿਆਰਾ ਬਚਨ ਹੈ ਕਿ ਸਾਰੇ ਸਿੱਖ ਬੜੇ ਪਿਆਰ ਨਾਲ ਖੜੇ ਆ ਤੇ ਬਿਧੀ ਚੰਦ ਸਾਹਿਬ ਜੀ ਹੱਥ ਜੋੜ ਕੇ ਬੇਨਤੀ ਕਰਦੇ ਆ, ਮਹਾਰਾਜ ਤੁਸੀਂ ਇੱਥੇ ਇਕੱਲੇ ਹੀ ਕਿਵੇਂ ਖਲੋਤੇ ਹੋ? ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੁਸੀਂ ਜਗ੍ਹਾ ਤੇ ਇਕੱਲੇ ਕਿਵੇਂ ਖੜੇ ਗੋਦੀ? ਦਾਸਨਾ ਪਾਸ ਅਕਾਕੀ ਹੋ। ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਤੁਹਾਡੇ ਕੋਲ ਤੇ ਇੱਕ ਵੀ ਸੇਵਾਦਾਰ ਨਾਲ ਹਾਜ਼ਰ ਨਹੀਂ ਹੈਗਾ।
ਮਹਾਰਾਜ ਸੱਚੇ ਪਾਤਸ਼ਾਹ ਜੀ ਇੱਕ ਵੀ ਸਿੱਖ ਜਿਹੜਾ ਅੱਗੇ ਗੁਰੂ ਸਾਹਿਬ ਦੀ ਤੁਹਾਡੇ ਨਾਲ ਹਾਜ਼ਰ ਨਹੀਂ ਹੈਗਾ ਜੀ। ਕਹੋ ਪ੍ਰਭੂ ਅਬ ਕਿਆ ਚਿਤ ਚਾਹੋ। ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਇਹ ਨਹੀਂ ਪੁੱਛਿਆ ਵੀ ਮਹਾਰਾਜ ਹੁਣ ਕੀ ਕਰਨਾ ਹੈ। ਗੁਰਸਿੱਖਾਂ ਨੇ ਖਾਸ ਕਰ ਬਾਬਾ ਬਿਧੀ ਚੰਦ ਸਾਹਿਬ ਨੇ ਆਖਿਆ ਮਹਾਰਾਜ ਹੁਣ ਹਿਰਦੇ ਦੀ ਭਾਵਨਾ ਕੀ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਇਹ ਕਿਰਪਾ ਕਰਕੇ ਦੱਸੋ ਕਿ ਅੱਗੇ ਸਾਨੂੰ ਹੁਣ ਕੀ ਹੁਕਮ ਕਹੇ ਜੀ। ਸ੍ਰੀ ਹਰਗੋਬਿੰਦ ਉਚਾਰਾ। ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਬੜੇ ਪਿਆਰ ਨਾਲ ਸੁਣਿਆ ਜੀ ਬਿਧੀ ਚੰਦ ਤੋਂ। ਜਦੋਂ ਉਹਨਾਂ ਪੁੱਛਿਆ ਮਹਾਰਾਜ ਹੁਣ ਅੱਗੇ ਕੀ ਕਰਨਾ ਹੈ, ਕੀ ਹੁਕਮ ਅੱਗੇ, ਤੇ ਇਸ ਗੱਲ ਨੂੰ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਬੜੇਗੇ ਅਦਬ ਨਾਲ ਕਹਿਣ ਲੱਗੇ ਗਨ ਚਿਤ ਚਹਿ ਕਰਨ ਹਮਕਾਰਾ। ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਬਿਧੀ ਚੰਦ ਸਾਹਿਬ ਜਿਹੜਾ ਕੰਮ ਅਸੀਂ ਹੁਣ ਅੱਗੇ ਕਰਨਾ ਚਾਹੁੰਦੇ ਆ ਨਾ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਆਖਿਆ ਬਿਧੀ ਚੰਦ ਜਿਹੜਾ ਕਾਰਜ ਅਸੀਂ ਅੱਗੇ ਕਰਨਾ ਚਾਹੁੰਦੇ ਗਾਂ ਦੇ ਅਨੁਸਾਰ ਪਹਿ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਕੰਮ ਹੁਣ ਨਹੀਂ ਹੋਣਾ, ਉਹ ਸਵੇਰੇ ਹੋਊਗਾ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਆਖਿਆ ਅਗਲਾ ਕੰਮ ਜਿਹੜਾ ਅਸੀਂ ਕਰਨਾ ਚਾਹੁੰਦੇ ਆ ਬਿਧੀ ਚੰਦ ਉਹ ਤੇ ਕੱਲ ਨੂੰ ਹੋਵੇਗਾ ਜੀ। ਮੇਰੇ ਗਮਨੋ ਸਭ ਇਸ ਕਰਕੇ ਕਿ ਬਿਧੀ ਚੰਦ ਸਾਹਿਬ ਦੀ ਸਾਰੇ ਸਿੱਖਾਂ ਨੂੰ ਨਾਲ ਲਓ ਤੇ ਜਿਸ ਜਗ੍ਹਾ ਤੇ ਆਪਾਂ ਡੇਰਾ ਕੀਤਾ ਗਏ ਸਾਹਿਬ ਦੇ ਕਹਿੰਦੇ ਆਪਾਂ ਉਤਾਰਾ ਕੀਤਾ ਕਿ ਬਿਧੀ ਚੰਦ ਸਾਹਿਬ ਦੀ ਆਪਾਂ ਉੱਥੇ ਚਲੇ ਜਾਈਏ ਜੀ। ਸਿੱਖ ਘਾਇਲ ਹੋ ਰਣ ਵਿਸੇ। ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਅਗਲਾ ਪਾਠ ਆ ਕੇ ਮਹਾਰਾਜ ਕਹਿੰਦੇ ਖਾਂ ਆਪਾਂ ਇੱਕ ਕੰਮ ਹੁਣ ਕਰਨਾ ਹੈ, ਭਾਵੇਂ ਹਨੇਰਾ ਆ ਗਿਆ ਤੇ ਭਾਵੇਂ ਅੱਧੀ ਰਾਤ ਲੰਘ ਜਾਵੇ ਬਿਧੀ ਚੰਦ ਦੋ ਕੰਮ ਕੀਤੇ ਤੋਂ ਬਿਨਾ ਮੈਨੂੰ ਨੀਂਦ ਨਹੀਂ ਆਉਣੀ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿਹੜਾ ਕੰਮ, ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ ਬਹੁਤ ਸਾਰੇ ਸਿੱਖ ਜਿਹੜੇ ਆ ਉਹ ਜ਼ਖਮੀ ਹੋ ਕੇ ਵੀ ਇੱਥੇ ਡਿੱਗੇ ਆ, ਸ਼ਹੀਦ ਨਹੀਂ ਹੋਏ ਪਰ ਜ਼ਖਮੀ ਹੋ ਗਏ। ਤੁਰਕ ਦੀ ਬਹੁਤੇ ਸਿਪਾਹੀ ਵੀ ਮਹਾਰਾਜ ਨੇ ਆਖਿਆ ਜ਼ਖਮੀ ਹੋ ਕੇ ਵਿੱਚ ਡਿੱਗੇ ਹੋਣਗੇ, ਉਹ ਮਰੇ ਨਹੀਂ ਗਏ ਅਜੇ। ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਸਾਡੇ ਸਿੱਖ ਵੀ ਜਿਹੜੇ ਜ਼ਖਮੀ ਹੋ ਕੇ ਡਿੱਗੇ ਨੇ ਸ਼ਹੀਦੀ ਨਹੀਂ ਪ੍ਰਾਪਤ ਹੋਈ ਜੀ। ਸੰਭਾਰਨ ਅਨਹੋ ਤਿਸੇ। ਸਤਿਗੁਰੂ ਹਰਗੋਬਿੰਦ ਸਾਹਿਬ ਨੇ ਆਖਿਆ ਬਿਧੀ ਚੰਦ ਸਾਹਿਬ ਮਸ਼ਾਲਾਂ ਭਾਵੇਂ ਦੋ ਹੋਰ ਲੈ ਲਓ ਪਰ ਜ਼ਖਮੀ ਨਹੀਂ ਕੋਈ ਰਾਤ ਇੱਥੇ ਰਹਿਣਾ ਚਾਹੀਦਾ, ਕਿਉਂਕਿ ਜੇ ਜ਼ਖਮੀ ਰਾਤ ਰਹਿ ਗਏ ਇੱਥੇ ਤੇ ਦਿਨ ਚੜ੍ਹਦੇ ਤੱਕ ਤੇ ਉਹਨਾਂ ਤੜਫ ਕੇ ਸ਼ਹੀਦ ਹੋ ਜਾਣਾ ਹੈ। ਇਸ ਕਰਕੇ ਸਾਹਿਬਾਂ ਨੇ ਆਖਿਆ ਸਾਰੀਆਂ ਲਾਸ਼ਾਂ ਪਰੋਲੋ। ਮਹਾਰਾਜ ਸਾਹਿਬ ਨੇ ਆਖਿਆ ਜਿੰਨੇ ਜ਼ਖਮੀ ਹੋ ਕੇ ਤੇ ਡਿੱਗੇ ਪਏ ਆ ਸਾਰਿਆਂ ਨੂੰ ਚੁੱਕ ਕੇ ਆਪਣੇ ਡੇਰੇ ਤੇ ਲੈ ਆਓ। ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਸਾਰੇ ਉਸ ਜਗ੍ਹਾ ਤੇ ਲੈ ਆਂਦੇ ਜਾਣ ਦੀ। ਸਤਿਗੁਰ ਨੇ ਹੈ ਲੀ। ਬਸ ਇਹ ਗੱਲ ਕਹੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ। ਮਹਾਰਾਜ ਦਾ ਘੋੜਾ ਤੇ ਸ਼ਹੀਦ ਹੋ ਗਿਆ ਸੀ, ਕਿਸੇ ਸਿੱਖ ਨੇ ਲਾਗੂ ਆਪਣਾ ਘੋੜਾ ਗੁਰੂ ਜੀ ਦੀ ਸੇਵਾ 'ਚ ਹਾਜ਼ਰ ਕੀਤਾ। ਇਹ ਨਹੀਂ ਜ਼ਿਕਰ ਆਇਆ ਵੀ ਕਿੰਨੇ ਕੀਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਘੋੜਾ ਉਸ ਗੁਰਸਿੱਖ ਦਾ ਘੋੜਾ ਜਿਹੜਾ ਕਿ ਉਹਨੂੰ ਆਪਣੇ ਹੱਥਾਂ ਵਿੱਚ ਲੈ ਲਿਆ ਕੇ ਜੀ। ਤੇ ਕਹਿੰਦੇ ਕਿਰਪਾ ਦੇ ਸਾਗਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਉਸ ਘੋੜੇ ਤੇ ਸਵਾਰ ਹੋਏ ਤੇ ਮਹਾਰਾਜ ਸਾਹਿਬ ਜੀ ਨੇ ਪਿਆਨਾ ਕੀਤਾ। ਜਾਣੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਉਤੋਂ ਆਪਣੇ ਡੇਰੇ ਵਾਲੇ ਪਾਸੇ ਚੱਲ ਪਏ ਗਨ ਜੀ। ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਚੱਲਦੇ ਸੰਗਤ ਜੀ ਆਪਣੇ ਡੇਰੇ ਵਿੱਚ ਆ ਗਏ। ਚਲੋ ਇਹ ਗੱਲਾਂ ਤੁਸੀਂ ਦਾਸ ਤੋਂ ਵੱਧ ਜਾਣਦੇ ਹੋਵੋਗੇ, ਪਰ ਅਸੀਂ ਕੌਮ ਦੇ ਪ੍ਰਚਾਰਕ ਆ, ਸਾਡਾ ਫਰਜ਼ ਆ ਵੀ ਜਿਹੜੀ ਜਾਣਕਾਰੀ ਸਾਨੂੰ ਮਿਲੇ ਕੌਮ ਤੱਕ ਸਾਂਝੀ ਕਰਨੀ। ਪੁਰਾਤਨ ਸਮੇਂ 'ਚ ਜਦੋਂ ਜੰਗਾਂ ਹੁੰਦੀਆਂ ਸਨ, ਅੱਜ ਦਾ ਤੇ ਮੈਨੂੰ ਬਹੁਤਾ ਪਤਾ ਨਹੀਂ, ਉਸ ਵੇਲੇ ਸੰਗਤ ਦੇ ਬਰੂਦ ਰੱਖਣ ਵਾਸਤੇ ਇੱਕ ਜਗ੍ਹਾ ਵੱਖਰੀ ਨਿਯਤ ਕੀਤੀ ਜਾਂਦੀ ਸੀ। ਜੰਗ ਅੱਗੇ ਹੋਏਗੀ, ਇਹਦੀ ਉਦਾਹਰਨ ਮੈਂ ਤੁਹਾਨੂੰ ਦਿਆਂਗਾ ਸਭਰਾਵਾਂ ਦੀ ਜੰਗ 'ਚੋਂ। ਤੁਸੀਂ ਕਹੋਗੇ ਵੀ ਸਾਰੀਆਂ ਬਹੁਤੀਆਂ ਉਦਾਹਰਨਾਂ ਉੱਥੋਂ ਹੀ ਕਿਉਂ? ਕਾਰਨ ਇਹਦਾ ਇਹ ਹੈ ਵੀ ਉੱਥੇ ਅਸੀਂ ਰਹਿ ਕੇ ਪੜ੍ਹੇ ਹਾਂ 14-15 ਸਾਲ, ਇਸ ਕਰਕੇ ਨਿੱਕੀਆਂ ਗੱਲਾਂ ਵੀ ਵਾਹਿਗੁਰੂ ਦੀ ਕਿਰਪਾ ਨੂੰ ਸਮਝ ਆ ਗਈਆਂ। ਉਸ ਜੰਗ ਦਾ ਜਦੋਂ ਆਪਾਂ ਜ਼ਿਕਰ ਪੜ੍ਹਦੇ ਹਾਂ ਤੇ ਇੱਕ ਪਿੰਡ ਕੇ ਦਰਿਆ ਤੋਂ ਪਰਲੇ ਪਾਸੇ ਸਭਰਾ, ਜਿਹਨੂੰ ਅਸੀਂ ਛੋਟਾ ਸਭਰਾ ਜਾਂ ਫਤਿਹਗੜ੍ਹ ਸਭਰਾ ਕਹਿੰਦੇ ਆ, ਇੱਕ ਦਰਿਆ ਤੋਂ ਇਧਰ ਪੱਟੇ ਵਾਲੀ ਸਾਈਡ ਆ ਜਿਹਨੂੰ ਆਪਾਂ ਵੱਡਾ ਸਭਰਾ ਕਹਿੰਦੇ ਆ। ਕਹੇ ਅਸਲ ਵਿੱਚ ਇਹ ਇੱਕੋ ਪਿੰਡ ਹੀ, ਉਹ ਅੱਗੇ ਦਰਿਆ ਪੈ ਗਿਆ ਤੇ ਦੋ ਹੋ ਗਏ। ਸ਼ਾਮ ਸਿੰਘ ਅਟਾਰੀ ਨੇ ਕਿਲਾ ਜਿਹੜਾ ਕਿ ਉਹ ਦਰਿਆ ਤੋਂ ਪਾਰਲੇ ਪਾਸੇ ਜਾ ਕੇ ਬਣਾਇਆ। ਕਿਲੇ ਦਾ ਨਾਮ ਉਹਨੇ ਰੱਖਿਆ ਸੀ ਫਤਿਹਗੜ੍ਹ, ਇਸ ਕਰਕੇ ਉਸ ਪਿੰਡ ਦਾ ਨਾਮ ਹੋ ਗਿਆ ਫਤਿਹਗੜ੍ਹ ਸਭਰਾ। ਵੈਸੇ ਇਕੱਲਾ ਸਭਰਾ ਸੀ ਪਰ ਕਿਲਾ ਬਣ ਗਿਆ ਸੀ ਨਾ ਫਤਿਹਗੜ੍ਹ। ਪਰ ਸੰਗਤ ਜੀ ਜਿਹੜਾ ਮੇਨ ਅਸਲਾ ਗਏ ਦਾ ਕਿਲੋ ਸਟੋਰ ਕੀਤਾ ਜਿਹੜਾ, ਉਹਨੂੰ ਉੱਥੇ ਨਹੀਂ ਖੜਿਆ।
ਦਰਿਆ ਦੇ ਉੱਪਰ ਬੇੜੀਆਂ ਦਾ ਪੁਲ ਬਣਾ ਕੇ ਨਾ ਤੁਸੀਂ ਵੱਡੇ ਸਭਰਾ ਕਦੀ ਪਿੰਡ ਜਾਓ ਤੇ ਕਿਲੇ ਵਿੱਚ ਇੱਕ ਬੜੀ ਉੱਚੀ ਜਗ੍ਹਾ ਤੇ ਗੁਰਦੁਆਰਾ ਬਣਿਆ ਸ਼ਾਮ ਸਿੰਘ ਅਟਾਰੀ ਦਾ। ਇਸ ਜਗ੍ਹਾ ਦੇ ਉੱਪਰ ਸਾਰੇ ਦਾ ਸਾਰਾ ਅਸਲਾ ਉਹਨਾਂ ਸਟੋਰ ਕੀਤਾ ਹੋਇਆ ਸੀ। ਸਿੱਖਾਂ ਦੀਆਂ ਡਿਊਟੀਆਂ ਲੱਗੀਆਂ ਸਨ ਬਕਾਇਦਾ ਕਿ ਤੁਸੀਂ ਇਹ ਅਸਲਾ ਉੱਥੇ ਪਹੁੰਚਾਉਣਾ ਹੈ। ਅਸੀਂ ਜਦੋਂ ਜ਼ਿਕਰ ਪੜ੍ਹਦੇ ਆ ਨਾ ਕਿ ਡੋਗਰੇ ਗਦਾਰੀ ਕਰਕੇ ਬੇੜੀਆਂ ਦਾ ਪੁਲ ਰੋੜ ਗਏ ਤੇ ਉਸ ਜਗ੍ਹਾ ਤੇ ਪੇਟੀਆਂ ਜੜੀਆਂ ਸਨ ਬਰੂਦ ਵਾਲੀਆਂ, ਉਹਨਾਂ ਵਿੱਚੋਂ ਸਰੋਂ ਤੇ ਰੇਤ ਨਿਕਲ ਲੱਗ ਪਈ। ਇਹ ਇਸ ਗੱਲ ਦੀ ਗਵਾਹੀ ਦਿੰਦੇ ਗਏ ਜੇ ਅਸਲਾ ਸਾਰਾ ਬਰੂਦ ਪਹਿਲਾਂ ਉੱਥੇ ਖੜਿਆ ਹੁੰਦਾ ਤੇ ਇਹ ਕੰਮ ਸ਼ਾਇਦ ਨਾ ਹੁੰਦਾ। ਪਰ ਉਹ ਸਾਡੇ ਤੋਂ ਸਿਆਣੇ ਸਨ, ਅਸੀਂ ਉਹਨਾਂ ਤੋਂ ਸਿਆਣੇ ਨਹੀਂ। ਉਹਨਾਂ ਕਿਉਂ ਨਹੀਂ ਖੜੇ ਉਸ ਵੇਲੇ? ਉਹ ਸਾਡੇ ਤੋਂ ਵੱਧ ਜਾਣਦੇ ਸੀ। ਪਰ ਇਹਦਾ ਮਤਲਬ ਇਹ ਆ ਵੀ ਅਸਲ ਵਿੱਚ ਅਸਲਾ ਪਹਿਲਾਂ ਹੀ ਉਰੇ ਰੱਖਿਆ ਹੋਇਆ ਸੀ ਬਰੂਦ, ਤੇ ਇਹਨਾਂ ਲੋਕਾਂ ਨੇ ਪਹਿਲਾਂ ਵਿਉਤ ਬੰਦੇ ਕੀਤੇ ਸੀ। ਬਰੂਦ ਵਾਲੀਆਂ ਪੇਟੀਆਂ ਇਹ ਲੈ ਗਏ ਡੋਗਰੇ ਨਾਲ ਜਾਂਦੇ ਜਾਂਦੇ, ਸਰੋਂ ਤੇ ਰੇਤ ਵਾਲੀਆਂ ਪੇਟੀਆਂ ਉੱਤੇ ਛੱਡ ਗਏ ਤੇ ਬੇੜੀਆਂ ਵਾਲਾ ਪੁਲ ਜਿਹੜਾ ਹੈ ਨਾ, ਪਾਣੀ ਉਦੋਂ ਬੜਾ ਤੇਜ਼ ਸੀ। ਮੇਨ ਇਤਿਹਾਸ ਇਹ ਗੱਲ ਕਹਿੰਦਾ ਵਿਚਕਾਰ ਉਹ 2 ਬੇੜੀਆਂ ਨਾਲ ਖੋਲ ਦਿੱਤੀਆਂ। ਜਦੋਂ 2 ਖੁੱਲ ਗਈਆਂ ਬਾਕੀ ਪੁਲ ਵੀ ਸਾਰਾ ਰੁੜ ਗਿਆ। ਸਾਰੇ ਦਾ ਸਾਰਾ ਪੁਲ ਰੁੜ ਗਿਆ, ਪਿੱਛੋਂ ਮਦਦ ਨਾ ਜਾ ਸਕੇ ਤੇ ਉਹ ਬਜ਼ੁਰਗ ਸਰਦਾਰ ਸ਼ਾਮ ਸਿੰਘ ਅਟਾਰੀ ਦੁਸ਼ਮਣ ਦੇ ਨਾਲ ਲੋਹਾ ਲੈਂਦਾ ਗਿਆ, ਅੰਗਰੇਜ਼ ਨਾਲ ਉਸ ਜਗ੍ਹਾ ਤੇ ਸ਼ਹੀਦ ਹੋ ਗਿਆ। ਪਰ ਉਹ ਪਿੱਛੇ ਨਹੀਂ ਹਟਿਆ, ਸਟੋਰ ਸਾਰਾ ਸਮਾਨ ਵੱਖਰਾ ਕੀਤਾ ਸੀ। ਇਹ ਗੱਲ ਕਹੀ। ਇਸੇ ਪ੍ਰਕਾਰ ਇਸ ਜੰਗ ਵਿੱਚ ਵੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮੇਨ ਟਿਕਾਣਾ ਪਿੱਛੇ ਬਣਾਇਆ ਸੀ, ਸਿਪਾਹੀ ਅੱਗੇ ਜਾ ਕੇ ਲੜਨਗੇ। ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਹੁਣ ਉੱਠ ਕੇ ਘੋੜੇ ਤੇ ਚੜ੍ਹ ਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਪਿੱਛੇ ਉਸ ਜਗ੍ਹਾ ਤੇ ਆ ਗਏ। ਗਨ ਜੀ ਘਾਇਲ ਸਿੱਖ ਉਠਵਾਏ। ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਿੱਖ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਬਾਕੀ ਸਿੱਖਾਂ ਨੂੰ ਨਾਲ ਲੈ ਕੇ ਜ਼ਖਮੀ ਸਿੱਖਾਂ ਨੂੰ ਚੁੱਕਿਆ। ਬਾਬਾ ਬਿਧੀ ਚੰਦ ਸਾਹਿਬ ਜੀ ਨੇ ਜ਼ਖਮੀ ਸਿੱਖਾਂ ਨੂੰ ਚੁੱਕਣਾ ਕੀਤਾ ਕਿ ਜੀ ਖੇਤ ਖੋਜ ਕਰ ਕਵੀ ਜੀ ਕਹਿੰਦੇ ਸਾਰੇ ਦੇ ਸਾਰੇ ਮੈਦਾਨ ਦੀ ਬਾਬੇ ਬਿਧੀ ਚੰਦ ਨੇ ਖੋਜ ਕੀਤੀ ਆ। ਜਿੱਥੋਂ ਤੱਕ ਜੰਗ ਹੋਈ ਆ ਬਾਬਾ ਬਿਧੀ ਚੰਦ ਉਥੋਂ ਵੀ ਗਾਂ ਗਏ। ਹੋ ਸਕਦਾ ਕੋਈ ਸਿੱਖ ਥੋੜਾ ਜਿਹਾ ਪਰੇ ਜਾ ਕੇ ਸ਼ਹੀਦ ਹੋ ਗਿਆ ਹੋਵੇ। ਸਾਰੀਆਂ ਲਾਸ਼ਾਂ ਪਰੋਲੀਆਂ ਨੇ, ਸ਼ਹੀਦਾਂ ਨੂੰ ਨਹੀਂ ਰਾਤ ਵੇਚ ਚੁੱਕਿਆ, ਜ਼ਖਮੀਆਂ ਨੂੰ। ਬਾਬਾ ਬਿਧੀ ਚੰਦ ਸਾਹਿਬ ਨੇ ਸਭਨਾ ਗੁਰਸਿੱਖਾਂ ਦੇ ਸਰੀਰ ਚੁਕਵਾਏ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਕੋਲ ਭੇਜ ਦਿੱਤੇ। ਗਨ ਜੀ ਸਨੇ ਆਵਤ ਪਾਪਾ। ਕਵੀ ਜੀ ਕਹਿੰਦੇ ਗੁਰਸਿੱਖ ਇਹਨਾਂ ਜ਼ਖਮੀ ਸਿੱਖਾਂ ਨੂੰ ਚੁੱਕ ਕੇ ਸਹਿਜੇ ਸਹਿਜੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਲਿਆ ਰਹੇ। ਸਹਿਜੇ ਸਹਿਜੇ ਇਹਨਾਂ ਜ਼ਖਮੀ ਸਿੱਖਾਂ ਨੂੰ ਚੁੱਕ ਕੇ ਮਹਾਰਾਜ ਸਾਹਿਬ ਜੀ ਦੇ ਕੋਲ ਲਿਆਂਦਾ ਗਿਆ। ਕਹਿੰਦੇ ਸਾਰੇ ਦੇ ਸਾਰੇ ਗੁਰਸਿੱਖ ਜ਼ਖਮੀਆਂ ਨੂੰ ਚੁੱਕ ਕੇ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਉਸ ਡੇਰੇ ਦੇ ਵਿੱਚ ਆਏ ਤੇ ਉਹਨਾਂ ਦੇ ਅੰਦਰ ਆਨੰਦ ਪੈਦਾ ਹੋ ਗਿਆ। ਚਲੋ ਅੱਜ ਵਿਚਾਰਾਂ ਕੁਝ ਖੁੱਲੀਆਂ ਵੀ ਨਾਲ ਵਾਹਿਗੁਰੂ ਦੀ ਕਿਰਪਾ ਕਰ ਰਹੇ। ਅਸੀਂ ਸਵੇਰੇ ਵੀ ਇੱਕ ਸੰਗਤ ਦੀ ਬੇਨਤੀ ਕੀਤੀ ਸੀ, ਬਚਨ ਆਇਆ ਸੀ ਆਨੰਦ ਦਾ ਕਿ ਆਨੰਦ ਚੱਲੇਗਾ। ਤੇ ਅਸੀਂ ਉਦੋਂ ਵੀ ਬੇਨਤੀ ਕੀਤੀ ਸੀ ਗੁਰਸਿੱਖ ਦੇ ਗਿਰਦੇ ਅੰਦਰ ਜਿਹੜਾ ਆਨੰਦ ਆ ਨਾ, ਇਹ ਸੱਚੀ ਗੱਲ ਇਹ ਕਹੇ ਕਿ ਦੁਨੀਆ ਤੇ ਬਹੁਤੇ ਜ਼ਿਆਦੇ ਪੀਰਾ ਫਕੀਰਾਂ ਨੂੰ ਉਹ ਆਨੰਦ ਨਹੀਂ ਪ੍ਰਾਪਤ ਹੋਇਆ। ਅਸੀਂ ਕਿਸੇ ਤੇ ਕਿੰਤੂ ਨਹੀਂ ਕਰਦੇ, ਸਾਰੇ ਆਪਣੀ ਜਗ੍ਹਾ ਤੇ ਸਤਿਕਾਰਯੋਗ ਆ, ਕਿਉਂਕਿ ਮਹਾਰਾਜ ਸਾਹਿਬ ਜੀ ਸਹਿਜੇ ਸਹਿਜੇ ਮਨ ਨੂੰ ਇਹ ਗਿਆਨ ਦੇ ਰਹੇ ਆ ਵੀ ਨਹੀਂ। ਇਹ ਕਬੀਰ ਸਾਹਿਬ ਨੇ ਬਾਣੀ ਚ ਆਖਿਆ ਸਾਖਤ ਸੁਵਾਨ ਸਭ ਕਰੇ ਕਰਾਇਆ ਕਿ ਮੇਰੇ ਰੱਬ ਜੀ ਧਾਰਮਿਕ ਬੰਦਾ ਗੁਰਮੁਖ ਤੇਰੇ ਹੁਕਮ ਵਿੱਚ ਰਹਿ ਕੇ ਬਾਣੀ ਪੜ੍ਹਦੇ। ਤੇ ਕਬੀਰ ਕਹਿੰਦਾ ਮੈਂ ਇੱਥੇ ਚਲਿਆ ਗਿਆ, ਮੈਨੂੰ ਪਤਾ ਲੱਗ ਗਿਆ ਸਾਖਤ ਵੀ ਤੇਰੇ ਹੁਕਮ 'ਚ ਹੀ ਚੱਲਦਾ ਪਏ, ਉਹਨੂੰ ਤੇਰਾ ਹੁਕਮ ਹੀ ਇਦਾਂ ਦਾ ਹੈ। ਪਰ ਸਾਹਿਤ ਜੋ ਕਹਿੰਦਾ ਇਸਲਾਮ ਦੇ ਵਿੱਚ ਅਫਗਾਨ ਦੀ ਧਰਤੀ ਤੇ ਇੱਕ ਪੀਰ ਪੈਦਾ ਹੋਏ, ਇਸ ਨੇ ਬੜਾ ਜ਼ਿਆਦਾ ਸਾਹਿਤ ਲਿਖੇ ਜੀ, ਸਤਿਕਾਰ ਵੀ ਬੜਾ ਇਹਦਾ। ਪਰ ਇਸ ਦੀ ਇੱਕ ਵਿਚਾਰ ਸਾਡੇ ਸਾਹਮਣੇ ਪੜਨ ਵਾਸਤੇ ਆਈ ਤੇ ਭਾਈ ਨੰਦ ਲਾਲ ਸਾਹਿਬ ਦੀ ਇੱਕ ਵਿਚਾਰ ਸਾਡੇ ਸਾਹਮਣੇ ਪੜਨ ਵਾਸਤੇ ਆਈ। ਦੋਨਾਂ ਦੀ ਵਿਚਾਰ ਨੂੰ ਜਦੋਂ ਪੜਿਆ ਤੇ ਮਨ ਨੇ ਆਖਿਆ ਕਿ ਬੜਾ ਫਰਕ ਕਿ ਦੋਨਾਂ ਦੇ ਵਿਚਾਰ ਵਿੱਚ ਬੜਾ ਆਨੰਦ ਹੈ, ਬੜਾ ਫਰਕ ਕੇ। ਅਸਲ ਇਹ ਇਸਲਾਮ ਦਾ ਬਹੁਤ ਵੱਡਾ ਪੈਗੰਬਰ ਬਣਾ ਆਪ ਜੀ ਨੇ ਧਿਆਨ ਦੇਣਾ, ਸਵੇਰੇ ਉੱਠਿਆ ਤੇ ਇਹਦਾ ਨਮਾਜ਼ ਪੜਨ ਨੂੰ ਦਿਲ ਨਹੀਂ ਕੀਤਾ। ਕਦੇ ਕਦਾ ਸਾਡਾ ਮਨ ਵੀ ਨਹੀਂ ਕਰਦਾ ਵੀ ਰੋਜ਼ ਹੀ ਨਿਤਨੇਮ ਕਰੀਦਾ, ਅੱਜ ਰਹਿ ਨਹੀਂ ਦਈਏ, ਕਰਦੇ ਨਾ ਕਦੇ ਕਦੇ ਰੋਜ਼ ਸੁਖਮਨੀ ਸਾਹਿਬ ਪੜੀਦਾ, ਅੱਜ ਛੱਡੋ ਕਿਹੜਾ, ਅੱਜ ਨਹੀਂ ਉੱਠਦੇ। ਇਹ ਮਨ ਤੇ ਇੰਨਾ ਅਬੈੜਾ ਗਏ ਕਿ ਕਦੇ ਕਦਾ ਇਹ ਕਥਾ ਕਰਨ ਵਾਸਤੇ ਵੀ ਨਹੀਂ ਮੰਨਦਾ, ਤੇ ਕਦੇ ਕਦਾ ਇੰਨਾ ਜੁੜ ਜਾਂਦੇ ਵੀ ਇਹ ਕਹਿੰਦਾ ਵੀ ਘੰਟਾ ਇੱਕ ਹੋਰ ਕਰ ਦਿਓ। ਇਹ ਮਨ ਦਾ ਕੋਈ ਪਤਾ ਨਹੀਂ, ਸਵੇਰੇ ਕਿਸੇ ਹੋਰ ਹਾਲਤ ਵਿੱਚ ਹੁੰਦਾ ਹੈ, ਸ਼ਾਮ ਨੂੰ ਕਿਸੇ ਹੋਰ ਹਾਲਤ ਵਿੱਚ ਹੁੰਦਾ ਹੈ।
ਕਈ ਵਾਰੀ ਬੰਦਾ ਘਰੋਂ ਟੁੱਟੇ ਮਨ ਨਾਲ ਆਉਂਦਾ, ਇੱਥੇ ਆ ਕੇ ਬਹੁਤਾ ਜੁੜ ਜਾਂਦਾ, ਤੇ ਕਈ ਵਾਰੀ ਬੰਦਾ ਘਰੋਂ ਬੜਾ ਖੁਸ਼ੀ ਨਾਲ ਆਉਂਦਾ, ਇੱਥੇ ਆ ਕੇ ਮਨ ਜੁੜਦਾ ਹੀ ਨਹੀਂ। ਮਨ ਦਾ ਕੋਈ ਭਰੋਸਾ ਨਹੀਂ। ਇਸ ਫਕੀਰ ਦਾ ਸਵੇਰੇ ਮਨ ਨਾ ਕੀਤਾ ਤੇ ਨਾ ਉੱਠਿਆ ਨਮਾਜ਼ ਪੜ੍ਹਨ ਵਾਸਤੇ। ਅਜੇ 10-15 ਮਿੰਟ ਸੁੱਤਾ ਸੀ, ਦੇ ਕੰਨਾਂ 'ਚ ਕਿਸੇ ਦੇ ਰੋਣ ਦੀ ਆਵਾਜ਼ ਪੈ ਗਈ। ਚੇਲੇ ਨੂੰ ਪੁੱਛਿਆ ਵੀ ਕੌਣ ਵਿਰਲਾਪ ਕਰਦੇ? ਸ਼ਾਗਿਰਦ ਨੂੰ ਕਹਿ ਲਓ। ਉਹਨੇ ਆਖਿਆ ਜੀ ਸਾਡੇ ਆਸ਼ਰਮ ਦੇ ਨਾਲ ਕਿਸੇ ਦਾ ਘਰ, ਉਹਨਾਂ ਦਾ ਪਰਿਵਾਰ ਦਾ ਕੋਈ ਮੈਂਬਰ ਚੜ੍ਹਾਈ ਕਰ ਗਿਆ ਤੇ ਰੋਣ ਲੱਗ ਪਏ। ਉਹ ਆਪਣੀ ਸਾਹਿਤ ਵਿੱਚ ਲਿਖਦੇ, ਮੈਂ ਕਾਹਲੀ ਨਾਲ ਉੱਠਿਆ, ਵੁਜ਼ੂ ਕੀਤਾ, 5 ਇਸ਼ਨਾਨਾ, 2 ਹੱਥ 2 ਪੈਰ ਤੇ 1 ਮੂੰਹ, 5 ਹੋ ਗਏ, ਤਾਂ ਨੂੰ ਅਸੀਂ 5 ਇਸ਼ਨਾਨਾ ਕਹਿੰਦੇ। ਵੁਜ਼ੂ ਕੀਤਾ ਤੇ ਨਮਾਜ਼ ਵਿੱਚ ਜੁੜ ਗਿਆ। ਆਪ ਲਿਖਦੇ ਕਹਿਣ ਲੱਗਾ, ਅੱਜ ਮੈਂ ਖੁਦਾ ਦੇ ਪਿਆਰ ਵਿੱਚ ਨਮਾਜ਼ ਨਹੀਂ ਪੜ੍ਹੀ, ਅੱਜ ਮੈਂ ਮੌਤ ਕੋਲੋਂ ਡਰਦੇ ਹੋਏ ਨੇ ਨਮਾਜ਼ ਪੜ੍ਹੀ ਹੈ। ਖੁਦਾ ਦੇ ਪਿਆਰ ਵਿੱਚ ਨਿਤਨੇਮ ਕਰਨਾ ਗੱਲ ਹੋਰ ਆ, ਜਮਦੂਤਾਂ ਕੋਲੋਂ ਡਰ ਕੇ ਨਿਤਨੇਮ ਕਰਨਾ ਗੱਲ ਹੋਰ ਆ। ਇਸ ਗੱਲ ਨੂੰ ਸਮਝਣਾ। ਉਹ ਕਹਿੰਦਾ ਦਿਲ ਤੇ ਨਹੀਂ ਸੀ ਕਰਦਾ ਨਮਾਜ਼ ਪੜ੍ਹਨਾ, ਪਰ ਡਰ ਆ ਗਿਆ ਵੀ ਜੇ ਮੈਂ ਮਰ ਗਿਆ ਤੇ ਫਿਰ ਕੀ ਹੋਏਗਾ। 2-3 ਗੱਲਾਂ ਕਹਿਣੀਆਂ ਨੇ। ਸੇਮ ਭਾਈ ਨੰਦ ਲਾਲ ਦੀ ਵਿਚਾਰ ਵੀ ਨਾਲ। ਉਹਨੇ ਆਖਿਆ ਮੈਂ ਡਰ ਕੇ ਪੜ੍ਹੀ ਹੈ, ਮਨ ਨਹੀਂ ਸੀ ਮੰਨਦਾ, ਪਰ ਖੁਦਾ ਦਾ ਪਿਆਰ ਨਹੀਂ ਅੱਜ ਅੰਦਰ ਹੈਗਾ। ਹੁਣ ਇੱਥੇ ਪੜ੍ਹੋ, ਭਾਈ ਨੰਦ ਲਾਲ ਕਹਿੰਦਾ ਕਿ ਕਹਿਣ ਲੱਗਾ ਮੈਂ ਸਾਰੀ ਜ਼ਿੰਦਗੀ ਨਿਤਨੇਮ ਕੀਤਾ, ਮੈਨੂੰ ਜਮਦੂਤਾਂ ਤੋਂ ਭੂਏ ਡਰ ਨਹੀਂ ਆਉਂਦਾ। ਮੈਂ ਕਹਿੰਦਾ ਮੌਤ ਆਉਂਦੀ ਜਿੱਥੇ ਸ਼ਾਮ ਨੂੰ ਆਉਂਦੀ, ਸਵੇਰੇ ਹੀ ਆ ਜਾਏ। ਕਿਉਂਕਿ ਨੰਦ ਲਾਲ ਕਹਿੰਦਾ ਮੈਂ ਜੋ ਕੁਝ ਵੀ ਕਰਦਾ ਗਾ ਜਮਦੂਤਾਂ ਤੋਂ ਡਰ ਕੇ ਨਹੀਂ ਕਰਦਾ, ਮੈਂ ਗੁਰੂ ਦੇ ਪਿਆਰ ਵਿੱਚ ਭਿੱਜ ਕੇ ਕਰਦਾ ਹੈ। ਮੈਂ ਜੋ ਕੁਝ ਵੀ ਕਰਦਾ, ਜੇ ਮੈਂ ਨਿਤਨੇਮ ਕਰਦਾ ਤੇ ਮੈਂ ਇਸ ਕਰਕੇ ਨਹੀਂ ਕਰਦਾ ਕਿ ਜਮਦੂਤ ਨਾ ਫੜ ਲੈਣ। ਨੰਦ ਲਾਲ ਨੇ ਆਖਿਆ ਫੜਦੇ ਤੇ ਫੜ ਲੈਣ, ਪਰ ਮੇਰਾ ਤੇ ਪਿਆਰ ਮੇਰੇ ਗੁਰੂ ਨਾਲ ਹੈ ਨਾ। ਅਗਲੀ ਗੱਲ ਉਸ ਬੰਦੇ ਨੇ ਆਖੀ, ਕਹਿਣ ਲੱਗਾ ਅੱਜ ਮੇਰੇ ਹਿਰਦੇ ਅੰਦਰ ਆਨੰਦ ਨਹੀਂ, ਹਿਰਦੇ ਵਿੱਚ ਰੁੱਖਾ ਬਣ ਗਏ। ਤੇ ਨੰਦ ਲਾਲ ਇਹਦਾ ਜਵਾਬ ਦੇ ਕੇ ਕਹਿੰਦਾ ਕਿ ਇਹ ਫਕੀਰ ਯਾਦ ਰੱਖ, ਆਨੰਦ ਦੀਦਾਰ ਨਾਲ ਨਹੀਂ ਮਿਲਦਾ ਹੁੰਦਾ। ਬੜੀ ਕਮਾਲ ਦੀ ਗੱਲ ਭਾਈ ਨੰਦ ਲਾਲ ਕਹਿ ਗਿਆ। ਅਸੀਂ ਤੇ ਸਾਰੀ ਜ਼ਿੰਦਗੀ ਇਹ ਪੜ੍ਹਿਆ ਸੀ ਵੀ ਦਰਸ਼ਨ ਕਰਨ ਨਾਲ ਆਨੰਦ ਮਿਲੇਗਾ। ਭਾਈ ਨੰਦ ਲਾਲ ਨੇ ਆਖਿਆ ਆਨੰਦ ਦਰਸ਼ਨ ਕਰਨ ਨਾਲ ਨਹੀਂ ਮਿਲਦਾ। ਉਹਨਾਂ ਬਾ ਕਮਾਲ ਉਦਾਹਰਨਾਂ ਦਿੱਤੀਆਂ ਨੇ ਜੀ। ਸਾਡਾ ਇਤਿਹਾਸ ਵੀ ਕਹਿੰਦਾ, ਮੈਂ ਸਿਰਫ ਆਪਣੀ ਗੱਲ ਕਰ ਰਿਹਾ, ਤੁਸੀਂ ਮਹਾਨ ਹੋ। ਸੰਗਤ ਦੀ ਦਰਸ਼ਨ ਤੇ ਅਸੀਂ ਵੀ ਰੋਜ਼ ਗੁਰੂ ਗ੍ਰੰਥ ਸਾਹਿਬ ਦੇ ਕਰਦੇ ਹਾਂ ਨਾ। ਮਹਾਰਾਜ ਸਾਹਿਬ ਨੂੰ ਨਮਸਕਾਰ ਵੀ ਕਰਦੇ ਹਾਂ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਵੀ ਕਰਦੇ ਹਾਂ। ਕਦੇ ਕਦਾਂ ਗੁਰੂ ਕਿਰਪਾ ਕਰਦੇ, ਸੇਵਾ ਮਿਲਦੇ ਤੇ ਮਹਾਰਾਜ ਦਾ ਸਵਾਰਾ ਵੀ ਕਰਦੇ ਹਾਂ, ਚੌਰ ਸਾਹਿਬ ਵੀ ਕਰਦੇ ਹਾਂ, ਸੱਚਖੰਡ 'ਚ ਵੀ ਜਾਂਦੇ ਹਾਂ, ਨਿਤਨੇਮ ਵੀ ਕਰਦੇ ਹਾਂ, ਪਰ ਆਨੰਦ ਨਹੀਂ ਮਿਲ ਰਿਹਾ। ਨੰਦ ਲਾਲ ਸਾਹਿਬ ਜੀ ਕਹਿਣ ਲੱਗੇ ਆਨੰਦ ਜਿਹੜਾ ਕਿ ਯਾਦ ਰੱਖ, ਉਹ ਦੀਦਾਰ ਕਰਨ ਨਾਲ ਨਹੀਂ ਮਿਲਦਾ। ਆਨੰਦ ਤਾਂ ਹੁਕਮ ਮੰਨਣ ਨਾਲ ਮਿਲਦਾ ਏ, ਆਨੰਦ ਤਾਂ ਆਖੇ ਲੱਗਣ ਨਾਲ ਮਿਲਦਾ ਏ। ਤੇ ਭਾਈ ਨੰਦ ਲਾਲ ਸਾਹਿਬ ਨੇ ਆਪਣੇ ਵੇਲੇ ਦੀ ਇੱਕ ਉਦਾਹਰਨ ਦੇ ਦਿੱਤੀ ਜੀ। ਉਹ ਕਹਿੰਦੇ ਨੇ ਜੇ ਉਸਤਾਦ ਆਪਣੇ ਵਿਦਿਆਰਥੀ ਨੂੰ ਇਹ ਗੱਲ ਕਹਿ ਦੇ ਕਿ ਇਸ ਕਿਤਾਬ ਵਿੱਚੋਂ ਫਲਾਨਾ ਲੇਖ ਤੂੰ ਆਪਣੀ ਕਾਪੀ ਤੇ ਲਿਖ ਕੇ ਲਿਆਉਣਾ ਹੈ, ਤੇ ਵਿਦਿਆਰਥੀ ਅਗਲੇ ਦਿਨ ਬਾਕੀ ਤੇ ਸਾਰੀ ਕਿਤਾਬ ਲਿਖ ਕੇ ਲੈ ਆਵੇ, ਪਰ ਜਿਹੜਾ ਉਹਨੇ ਆਖਿਆ ਸੀ ਉਹ ਨਾ ਲਿਖੇ, ਤੇ ਫਿਰ ਕੀ ਹੋਏਗਾ। ਉਸਤਾਦ ਨਹੀਂ ਖੁਸ਼ ਹੁੰਦਾ, ਕਹਿੰਦਾ ਚੰਗੀ ਗੱਲ ਆ ਤੂੰ ਲਿਖ ਲੈ, ਪਰ ਜਿਹੜਾ ਮੈਂ ਆਖਿਆ ਸੀ ਉਹ ਤੇ ਨਹੀਂ ਨਾ ਲਿਖਿਆ, ਇਸ ਕਰਕੇ ਨੰਬਰ ਨਹੀਂ ਕੋਈ ਮਿਲੇਗਾ, ਕਿਉਂਕਿ ਮੇਰੇ ਆਖੇ ਨਹੀਂ ਨਾ ਲੱਗਾ ਤੂੰ। ਗੱਲ ਤਾਂ ਆਖੇ ਲੱਗਣ ਨਾਲ ਬਣਨੀ ਗਏ। ਭਾਈ ਨੰਦ ਲਾਲ ਕਹਿਣ ਲੱਗਾ ਕਿ ਫਕੀਰ ਸਾਈਂ ਯਾਦ ਰੱਖ, ਆਨੰਦ ਹੁਕਮ ਮੰਨਣ ਨਾਲ ਮਿਲਣਾ ਗਏ। ਹੁਣ ਅਖੀਰ ਵਾਲੀ ਵਿਚਾਰ ਆਪ ਜੀ ਨੇ ਸਮਝਣਾ ਸੀ ਹੁਕਮ ਮੰਨਦੇ ਆ ਕਿ ਨਹੀਂ ਮੰਨਦੇ। ਬਹੁਤ ਸਾਰਿਆਂ ਤੇ ਸਿੱਖਾਂ ਦਾ ਇਹ ਸਵਾਲ ਆ ਜੀ, ਜੇ 5 ਬਾਣੀਆਂ ਦੀ ਜਗ੍ਹਾ ਤੇ ਇੱਕ ਸੁਖਮਨੀ ਸਾਹਿਬ ਕਰ ਲਈਏ, ਤੇ ਜੇ 5 ਬਾਣੀਆਂ ਦੀ ਜਗ੍ਹਾ ਤੇ ਕੱਲੀ ਆਸਾ ਦੀ ਵਾਰ ਨਾਲ ਨਾ ਸਰ ਜਾਏਗਾ। ਸਾਡੀ ਇਹ ਬੇਨਤੀ ਕਿ ਸੁਖਮਨੀ ਸਾਹਿਬ ਤੁਸੀਂ ਭਾਵੇਂ 15 ਕਰੋ, ਆਸਾ ਦੀ ਵਾਰ ਦੇ ਪਾਠ ਭਾਵੇਂ 20 ਕਰੋ, ਭਾਵੇਂ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਕਰੋ, ਕਿਉਂਕਿ ਬਾਣੀ ਜਿੰਨੀ ਆਪਾਂ ਪੜਾਂਗੇ ਲਾਗੇਵੰਦ ਗਏ। ਪਰ ਗੁਰੂ ਦਾ ਹੁਕਮ ਤਾਂ ਸਵੇਰੇ 5 ਬਾਣੀਆਂ ਪੜ੍ਹਨਾ ਹੀ ਆ ਨਾ। ਕਲਗੀਧਰ ਪਾਤਸ਼ਾਹ ਦਾ ਹੁਕਮ ਤਾਂ ਸਵੇਰੇ 5 ਬਾਣੀਆਂ ਦਾ ਪਾਠ ਕਰਨਾ ਹੈ। ਕਲਗੀਧਰ ਦਾ ਹੁਕਮ ਤਾਂ ਸ਼ਾਮ ਨੂੰ 2 ਬਾਣੀਆਂ ਪੜ੍ਹਨਾ ਹੈ। ਮਤਲਬ ਇਹ ਆ ਵੀ ਇਹਦਾ ਕੋਈ ਕਾਰਨ ਹੋਏਗਾ ਜਿਹੜਾ ਮਹਾਰਾਜ ਨੇ ਆਖਿਆ ਵੀ ਤੂੰ ਸਵੇਰੇ 5 ਬਾਣੀਆਂ ਪੜ੍ਹਨੀਆਂ। ਮਹਾਰਾਜ ਸਾਹਿਬ ਜੀ ਇਹ ਵੀ ਕਹਿ ਸਕਦੇ ਸੀ ਸਵੇਰੇ ਉੱਠ ਕੇ ਸੁਖਮਨੀ ਸਾਹਿਬ ਦਾ ਪਾਠ ਕਰਨਾ, ਆਸਾ ਦੀ ਵਾਰ ਪੜ੍ਹਨੀ, ਬਾਣੀ ਸਾਰੀ ਪੂਜਣ ਯੋਗ ਕੇ, ਬਾਣੀ ਨੂੰ ਸਿਜਦਾ ਕੇ। ਅਸੀਂ ਹਰ ਉਸ ਬੰਦੇ ਦਾ ਸਤਿਕਾਰ ਕਰਦੇ ਹਾਂ ਜਿਹੜਾ ਬਾਣੀ ਦਾ ਸਤਿਕਾਰ ਕਰਦਾ ਹੈ। ਪਰ ਸੰਗਤ ਜੀ ਗੁਰੂ ਦਾ ਹੁਕਮ ਹੈ ਕਿ ਸਵੇਰੇ 5 ਬਾਣੀਆਂ ਦਾ ਪਾਠ ਕਰਨਾ, ਜਪਜੀ ਸਾਹਿਬ, ਜਾਪ ਸਾਹਿਬ,
ਸਵਈਏ ਚੌਪਈ ਤੇ ਆਨੰਦ ਸਾਹਿਬ ਦੀ ਪੂਰੀ ਬਾਣੀ ਦਾ ਪਾਠ ਕਰਨਾ। ਇਹ ਗੁਰੂ ਦਾ ਹੁਕਮ ਆ ਕਿ ਸ਼ਾਮ ਨੂੰ ਰਹਿਰਾਸ ਸਾਹਿਬ ਤੇ ਸੌਣ ਲੱਗਿਆ ਕੀਰਤਨ ਸੋਹਿਲਾ ਪੜਨਾ। ਇਹ ਤੇ ਸਾਡੀ ਰਹਿਤ ਮਰਜ਼ਾਦਾ ਕਹਿੰਦੀ ਵੀ ਘਟੋ ਘਟ ਮਤਲਬ ਵੀ ਇੰਨੀ ਤੇ ਬਾਣੀ ਪੜਨੀ ਆ ਨਾ। ਇਸ ਤੋਂ ਬਾਅਦ ਤੁਸੀਂ ਸੁਖਮਨੀ ਸਾਹਿਬ ਕਰੋ, ਆਸਾ ਦੀ ਵਾਰ ਪੜੋ। ਜਿੰਨੀਆਂ ਬਾਣੀਆਂ ਪੜੋਗੇ ਵਾਧੂ ਤੇ ਸਾਨੂੰ ਵੱਖਰਾ ਲਾਭ ਆ ਨਾ। ਜਿਵੇਂ ਅੱਜ ਕੱਲ ਸਾਡੇ ਭਰਾ ਵਿਦੇਸ਼ਾਂ 'ਚ ਗਏ ਆ, ਚਲੋ ਮੈਂ ਇੱਕ ਉਦਾਹਰਣ ਦੇ ਦਿਆਂ ਫਿਰ ਸਮਾਪਤੀ ਕੇ। ਉਹ ਸਾਨੂੰ ਕਹਿੰਦੇ ਨੇ ਵੀ ਸਾਡੀ ਕੰਪਨੀ ਵੱਲੋਂ ਹੁਕਮ ਆ ਵੀ 8 ਘੰਟੇ ਤੁਸੀਂ ਕੰਮ ਕਰਨਾ ਹੀ ਕਰਨਾ ਹੈ। ਬੌਸ ਵੱਲੋਂ ਹੁਕਮ ਆ ਉਹਦੇ ਦੇ ਜਿਹੜਾ ਮਾਲਕ ਹੋਏਗਾ ਵੀ ਤੁਸੀਂ 8 ਘੰਟੇ ਕੰਮ ਕਰਨਾ ਹੀ ਕਰਨਾ ਹੈ। ਇਹਦੀ ਬਦਲੇ ਤਾਂ ਤੁਹਾਨੂੰ ਮਹੀਨੇ ਬਾਅਦ ਤਨਖਾਹ ਮਿਲਣੀ ਆ, ਪਰ ਇਸ ਤੋਂ ਬਾਅਦ ਜਿਹੜਾ ਤੁਸੀਂ ਓਵਰ ਟਾਈਮ ਲਾ ਲਓਗੇ ਉਹਦਾ ਫਾਇਦਾ ਵੱਖਰਾ ਹੈ। ਸਾਨੂੰ ਦੱਸਦੇ ਆ ਨਾ ਫੋਨ ਤੇ ਉੱਤੇ, ਚਲੋ ਆਪਾਂ ਗਏ ਤੇ ਨਹੀਂ ਅਜੇ ਤੱਕ, ਪਰ ਦੱਸਿਆ ਤੇ ਇਦਾਂ ਹੀ ਜਾਂਦੇ ਨਾ ਵੀ ਜੇ 2 ਘੰਟੇ ਲਾ ਲਏ ਜੀ ਉਹਦੇ ਪੈਸੇ ਵੱਖਰੇ ਆ, 3 ਘੰਟੇ ਲਾ ਲਏ ਵੱਖਰੇ ਆ। ਤੇ ਮੈਂ ਉਦਾਹਰਣ ਦੇ ਕੇ ਕਹਿਣਾ, ਇਹ ਯਾਦ ਰੱਖੋ ਗੁਰੂ ਸਾਹਿਬ ਨੇ ਆਖਿਆ 5 ਬਾਣੀਆਂ ਤੇ ਤੇਰਾ ਹੁਕਮ ਹੈ ਤੇ ਕਰਨੀਆਂ ਹੀ ਕਰਨੀਆਂ, ਪਰ ਜਿਹੜੀਆਂ ਵੱਧ ਪੜ ਲਏਗਾ ਉਹਨਾਂ ਦਾ ਲਾਭ ਤੈਨੂੰ ਹੋਰ ਵੀ ਮਿਲ ਜਾਏਗਾ। ਇਸ ਕਰਕੇ ਬੇਨਤੀ ਹੈ ਸੰਗਤ ਜੀ, 5 ਬਾਣੀਆਂ ਦਾ ਪਾਠ ਤੇ ਜ਼ਰੂਰ ਧਾਰਨੀ ਹੋਵੋ। ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਕੇਸਾਂ ਦਾ ਸਤਿਕਾਰ ਕਰੋ, ਕੇਸਾਂ ਦੀ ਬੇਅਦਬੀ ਨਾ ਕਰੋ। ਰੋਮ ਬਹੁਤ ਕੋਮਲ ਨੇ, ਤੁਸੀਂ ਕਦੇ ਖੱਤ ਲਾ ਕੇ ਵੇਖੋ, ਇਹ ਬੜੇ ਕੋਮਲ ਨੇ, ਇਹਨਾਂ ਦੀ ਬੇਅਦਬੀ ਨਾ ਕਰੋ। ਪਤਾ ਨਹੀਂ ਫਰੀਦ ਕਹਿੰਦਾ ਲੋਕਾਂ ਦਾ ਕਿੱਦਾਂ ਦਿਲ ਕਰ ਪੈਂਦਾ ਵੀ ਇਹਨੇ ਕੋਮਲ ਦੇ ਕੇਸਾਂ ਤੇ ਕੈਂਚੀ ਚਲਾਉਣ ਵਾਸਤੇ, ਦਿਲ ਪਤਾ ਨਹੀਂ ਕਿਵੇਂ ਕਰਦਾ ਹੈ। ਕੇਸਾਂ ਦੀ ਬੇਅਦਬੀ ਨਾ ਕਰੋ, ਇਹਨਾਂ ਸਾਡਾ ਕੁਛ ਨਹੀਂ ਗਵਾਇਆ। ਕੇਸਾਂ ਨੇ ਮੂੰਹ ਵਿੱਚ ਪੈਂਦੀ ਕੋਈ ਬੁਰਕੀ ਨਹੀਂ ਕਦੇ ਰੋਕੀ, ਕੇਸਾਂ ਨੇ ਸਾਡਾ ਕੁਛ ਨਹੀਂ ਗਵਾਇਆ। ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਦਾਤ ਦਿੱਤੀ, ਇਹਨਾਂ ਦੀ ਬੇਅਦਬੀ ਨਾ ਕਰੋ। ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਬਾਣੀ ਬਾਣੇ ਤੇ ਧਾਰਨੀ ਹੋਵੋ, ਤਾਂ ਜੋ ਸਾਡਾ ਸਭਨਾ ਦਾ ਆਇਆ ਸਫਲਾ ਹੋ ਜਾਵੇ। ਭੁੱਲਾਂ ਨੂੰ ਨਾ ਚਕਾਰਦੇ ਕੋਈ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।